ਮੋਰਲ ਸਪੋਰਟ ਦੇਣ ਲਈ ਤਾਂ ਅਸੀਂ ਇਹਨੂੰ ਚੰਗਾ ਸਮਝਦੇ ਹਾਂ, ਲੇਕਿਨ ਡੈਲੀਗੇਟ ਜਾਂਦਾ ਉਹ ਅਲੱਗ ਗੱਲ ਹੈ। ਲੇਕਿਨ ਉਹਦੇ ਨਾਲ ਇਕੱਠ ਕਰਕੇ ਲਿਜਾਣਾ, ਕਾਰਾਂ ਦੇ ਕਾਫਲੇ ਲੈ ਕੇ ਜਾਣਾ, ਪਹਿਲਾਂ ਹੀ ਉਹ ਪਰਿਵਾਰ 'ਤੇ ਪ੍ਰੋਬਲਮ 'ਚ ਹੈ, ਉੱਥੇ ਜਾ ਕੇ ਹੋਰ ਪ੍ਰੋਬਲਮ ਕ੍ਰੀਏਟ ਕਰਨੀ, ਮੈਂ ਇਹਨੂੰ ਚੰਗਾ ਨਹੀਂ ਸਮਝਦਾ। साढ़े 10 महीने का समा हो चुका है कि किसान दिल्ली ਦੀਆਂ सरहदां ते बैठे ने, क्यों नहीं सियासतदान उत्थे जाके पहुँच करते? ਇਹ ਸਿਆਸਤਦਾਨਾਂ ਦੇ ਸਭ ਰਲੇ ਮਿਲੇ ਕੰਮ ਨੇ, ਸਾਰੇ ਕਾਰਪੋਰੇਟ ਨੇ, ਸਭ ਦੇ ਸ਼ੇਅਰ ਨੇ, ਸਭ ਇੱਕ ਦੂਜੇ ਨਾਲ ਮਿਲੀ ਭੁਗਤ ਦੇ ਚੱਲ ਰਿਹਾ ਕੰਮ। ਸਿਰਫ ਜਿਹੜਾ ਹੇਠਲਾ ਲੈਵਲ ਹੈ, ਕਿਸਾਨ ਕਹਿ ਦਈਏ ਜਾਂ ਉਹ ਆਮ ਪਬਲਿਕ ਕਹਿ ਦਈਏ ਜਿਹਨੂੰ ਨਪੀੜਿਆ ਜਾਣਾਗਾ, ਉਹ ਉੱਥੇ ਸਾਥ ਦੇ ਰਹੀ। ਸਿੱਧੂ ਸਾਹਿਬ 16 ਸਾਲ ਬੀਜੇਪੀ ਦੇ ਵਿੱਚ ਰਹੇ ਨੇ, ਉਹਨਾਂ ਨੂੰ ਇਹਨਾਂ ਦੀ ਕਾਰਗੁਜ਼ਾਰੀਆਂ, ਇਹਨਾਂ ਦੇ ਕੰਮਕਾਰ ਕਰਨ ਦਾ ਤਰੀਕਾ ਉਹਨਾਂ ਤੋਂ ਭਲੀ ਭਾਂਤ ਜਾਣੂ ਹੈਗੇ। ਇਹ ਤਾਂ ਇੱਦਾਂ ਲੱਗਦਾ ਜਿਵੇਂ ਉਹਨਾਂ ਦੇ ਨਾਲ ਇਹ ਪਲਾਂਟਡ ਜਾਂ ਬੀਜੇਪੀ ਨੇ ਸਿੱਧੂ ਸਾਹਿਬ ਨੂੰ ਕਿਤੇ ਨਾ ਕਿਤੇ ਦੁਬਾਰਾ ਪ੍ਰਮੋਟ ਕਰਨਾ ਸੀ। ਅਤੇ ਵਰਤ ਤਾਂ ਚਲੋ ਨਰਾਤੇ ਸ਼ੁਰੂ ਹੋ ਗਏ, ਸਿੱਧੂ ਸਾਹਿਬ ਰੱਖਦੇ ਹੀ ਹੈਗੇ, ਉਹਨਾਂ ਨੇ ਆਪਣਾ ਰੱਖਣਾ ਸੀ ਨਵਰਾਤਰਿਆਂ ਦਾ ਵਰਤ, ਅਤੇ ਹੋਰ ਵੀ ਬਹੁਤ ਸਾਰੀ ਦੁਨੀਆ ਰੱਖਦੀ ਹੈ। ਪਰ ਕਿਤੇ ਨਾ ਕਿਤੇ ਇੱਦਾਂ ਲੱਗਦਾ ਜਿਵੇਂ ਸਿੱਧੂ ਸਾਹਿਬ ਦੇ ਨਾਲ ਅੰਦਰੋਂ ਗਤੀ ਇਸ ਚੀਜ਼ ਦਾ ਪਤਾ ਸੀ ਕਿ ਅੱਜ ਇਹ ਗ੍ਰਿਫਤਾਰੀ ਉਸ ਦਿਨ ਦੇਣਗੇ, ਅਤੇ ਉਹ ਡਰਾਮਾ ਉਹਨਾਂ ਦਾ ਜਿਹੜਾ ਹੈਗਾ ਬੀਜੇਪੀ ਨੇ ਵੀ ਕਰਨ ਦਾ ਮੌਕਾ ਦਿੱਤਾ। ਜੇ ਕੋਈ ਕੰਮ ਨਹੀਂ ਕਰਨਾ ਤਾਂ ਚਿੱਠੀਆਂ ਲਿਖੀ ਜਾਓ। ਸਾਡੇ CM ਸਾਹਿਬ ਨੇ ਵੀ ਕਈ ਚਿੱਠੀਆਂ ਲਿਖੀਆਂ, ਪਹਿਲਾਂ ਇਹਨਾਂ ਨੇ ਵੀ ਚਿੱਠੀਆਂ ਲਿਖੀਆਂ, ਅਤੇ ਕੰਮ ਤਾਂ ਉਹ ਹੈ ਫਿਰ ਜਿਵੇਂ ਸਾਡੇ ਝਡੂਨੀ ਸਾਹਿਬ ਭੇਸ ਬਦਲ ਕੇ ਜਦੋਂ ਉਹਨਾਂ ਨੇ ਇੱਕ ਟਾਰਗੇਟ ਲੈ ਲਿਆ ਕਿ ਮੈਂ ਜਾਣਾ ਹੀ ਜਾਣਾ ਭਾਵੇਂ ਕੁਝ ਵੀ ਹੋਵੇ, ਜਿਸ ਤਰ੍ਹਾਂ ਸਾਰੀ ਯੂਪੀ ਪੁਲਿਸ ਪੱਬਾਂ ਭਾਰ ਹੋ ਕੇ ਉਹਨੂੰ ਬਚਾਉਣ ਦੇ, ਉਹਦੇ ਸਬੂਤਾਂ ਦੇ ਵਿੱਚ ਛੇੜਛਾੜ ਕਰਨ ਦਾ ਮੌਕਾ ਦੇ ਰਹੀ ਹੈ, ਉਸ ਤੋਂ ਤਾਂ ਇਹੀ ਜਾਪਦਾ ਕਿ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ ਉਸ ਮੁਤਾਬਕ ਕੰਮ ਨਹੀਂ ਹੋ ਰਿਹਾ। ਜਿਹਨੇ ਆਪਣਾ ਲੋਕਾਂ ਨੂੰ ਦਰੜਿਆਗਾ ਉਹਨੂੰ ਇਹ ਖੁੱਲ੍ਹਾ ਛੱਡ ਰਹੇ ਤਾਂ ਕਿ ਉਹ ਸਬੂਤਾਂ ਨਾਲ ਛੇੜਛਾੜ ਕਰੇ। ਇਹ ਤਾਂ ਜੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨਾ ਆਉਂਦੀਆਂ, ਸ਼ਾਇਦ ਉਹ ਇੰਡੀਆ ਤੋਂ ਬਾਹਰ ਵੀ ਚਲਿਆ ਜਾਂਦਾ, ਨੇਪਾਲ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਹਿੰਦੇ ਨੇ ਆਪਣੀਆਂ ਡਾਂਗਾਂ ਤਿਆਰ ਰੱਖੋ ਜੇਕਰ ਕਿਤੇ ਇਕੱਠ ਕਰਦੇ ਨੇ। ਪਰ ਦੇਖਣ ਜੇ ਇੱਕ ਸ਼ੇਰ ਨੇ ਹਰਿਆਣੇ ਦੇ ਨੇ, ਝਡੂਨੀ ਸਾਹਿਬ ਨੇ ਉਹਨਾਂ ਨੂੰ ਫਿਰ ਚੈਲੰਜ ਕੀਤਾ ਸੀ ਵੀ ਮੈਦਾਨ 'ਚ ਆ ਕੇ ਵੀ ਦੇਖਦਾ। ਤੁਹਾਨੂੰ ਨਹੀਂ ਲੱਗਦਾ ਯੂਪੀ ਪੁਲਿਸ ਦੀ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਘਾਟ ਹੈ ਕਿ ਸੁਪਰੀਮ ਕੋਰਟ ਦੀ ਦਖਲ ਤੋਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰੀ ਕਰ ਲੈਣੀ ਚਾਹੀਦੀ ਸੀ? ਘਾਟ ਤੇ ਹੈ ਹੀ ਹੈ ਜੀ, ਘਾਟ ਤੇ ਹੁਣ ਵੀ ਚੱਲੇਗੀ। ਜਿਵੇਂ ਮਨੋਜ ਸ਼ਰਮਾ ਦੇ ਮਨੂ ਸ਼ਰਮਾ ਨੂੰ ਇਹਨਾਂ ਨੇ ਬਰੀ ਤੱਕਰ ਕਰਾਤਾ ਸੀ, ਲੇਕਿਨ ਜਦੋਂ ਮੀਡੀਆ ਤੇ ਪਬਲਿਕ ਅੱਗੇ ਆਈ ਤਾਂ ਉਹਨਾਂ ਨੂੰ ਮੁੜ ਕੇ ਫਿਰ ਜੇਲ੍ਹ ਜਾਣਾ ਪਿਆ। ਇਹ ਹੁਣ ਪ੍ਰਚਾਂਡੇ ਮਾਰਨ ਵਾਲੀ ਗੱਲਾਂ ਤੇ ਆ ਗਏ ਆ। ਇਹ ਆਪਣੇ ਡਰ ਦੇ ਮਾਰੇ ਇਹਨਾਂ ਨੂੰ ਬਜਾਏ ਕੋਈ ਸਹੀ ਫੈਸਲਾ ਲੈਣ, ਇਹ ਹੱਥ ਪੈਰ ਮਾਰ ਦੇਗੇ ਕਿਸੇ ਤਰ੍ਹਾਂ ਸਾਡੀ ਜਿਹੜੀ ਸਾਖ ਹੈ ਉਹ ਬਚੀ ਰਹਿ ਜਾਵੇ, ਇਹ ਅੰਦੋਲਨ ਹੈ ਜਿਹੜਾ ਖਤਮ ਹੋ ਜੇ। ਵਿਜ਼ਨ ਪੰਜਾਬ TV ਵੇਖਣ ਵਾਲੇ ਸਮੁੱਚੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਤਵਿੰਦਰ ਰੰਧਾਵਾ, ਤੁਸੀਂ ਵੇਖ ਰਹੇ ਹੋ ਸਟ੍ਰੇਟ ਟਾਕ। ਤੇ ਅੱਜ ਸਟ੍ਰੇਟ ਟਾਕ ਦੇ ਵਿੱਚ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਮਸਲਾ ਛਿੜਿਆ ਹੋਇਆ ਹੈ। ਲਗਾਤਾਰ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕਿਸਾਨ ਬੈਠੇ ਹੋਏ ਨੇ, ਲਗਭਗ ਸਾਲ ਦਾ ਸਮਾਂ ਹੋਣ ਵਾਲਾ ਹੈ। ਇਸ ਵਿਚਕਾਰ ਇੱਕ ਮੰਦਭਾਗੀ ਘਟਨਾ ਵਾਪਰਦੀ ਹੈ ਲਖੀਮਪੁਰ ਖੀਰੀ ਵਿਖੇ, ਜਿੱਥੇ ਕਿ ਕੁਝ ਕੁ ਕਿਸਾਨਾਂ ਦੇ ਉੱਤੇ ਇੱਕ ਮੰਤਰੀ ਦੇ ਬੇਟੇ ਵੱਲੋਂ ਗੱਡੀ ਚੜਾ ਦਿੱਤੀ ਜਾਂਦੀ ਹੈ ਤੇ ਮੌਤਾਂ ਵੀ ਹੁੰਦੀਆਂ ਨੇ। ਕਿਸਾਨੀ ਦੇ ਪੂਰੇ ਮਸਲੇ ਦੇ ਵਿੱਚ तमाम ਮੁੱਦਿਆਂ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੀਡੀਆ ਇੰਚਾਰਜ ਨਛੱਤਰ ਬੈਦਵਾਨ ਜੀ। ਸਵਾਗਤ ਕਰ ਲੈਂਦੇ ਹਾਂ ਬੈਦਵਾਨ ਜੀ, ਸਵਾਗਤ ਤੁਹਾਡਾ। ਬੈਦਵਾਨ ਜੀ, ਲਖੀਮਪੁਰ ਖੀਰੀ ਵਿਖੇ ਮੰਦਭਾਗੀ ਘਟਨਾ ਵਾਪਰਦੀ ਆ, 4 ਕਿਸਾਨਾਂ ਦੀ ਮੌਤ ਹੁੰਦੀ ਹੈ ਤੇ 4 ਹੋਰ ਜਿਹੜੇ ਲੋਕ ਨੇ ਉਹ ਵੀ ਇਸ ਘਟਨਾ ਦੇ ਵਿੱਚ ਜਿਹੜੇ ਅਕਾਲ ਚਲਾਣਾ ਕਰ ਜਾਂਦੇ ਨੇ। ਹੁਣ ਤੁਸੀਂ ਕਿਵੇਂ ਵੇਖਦੇ ਹੋ ਕਿ ਹਰੇਕ ਸਿਆਸੀ ਧਿਰ ਜਿਹੜੀ ਉੱਥੇ ਪਹੁੰਚ ਕਰ ਰਹੀ ਹੈ, ਕਦੇ ਸ਼੍ਰੋਮਣੀ ਅਕਾਲੀ ਦਲ ਤੇ ਕਦੇ ਕਾਂਗਰਸ ਤੇ ਕਦੇ ਆਮ ਆਦਮੀ ਪਾਰਟੀ ਉੱਥੇ ਪਹੁੰਚਣ ਦੀਆਂ ਜਿਹੜੀਆਂ ਪਹੁੰਚ ਵੀ ਕਰ ਰਹੀ ਹੈ, ਤੇ ਨਾਲ ਜਿਹੜੇ ਕਿਸਾਨ ਉੱਥੇ ਅਕਾਲ ਚਲਾਣਾ ਕਰ ਗਏ ਨੇ ਉਹਨਾਂ ਦੇ ਘਰ ਵੀ ਜਾ ਰਹੀ ਹੈ। ਕੀ ਤੁਹਾਨੂੰ ਲੱਗਦਾ ਮਸਲੇ ਦਾ ਹੱਲ ਇੱਦਾਂ ਨਿਕਲ ਜੂਗਾ? ਮੋਰਲ ਸਪੋਰਟ ਦੇਣ ਲਈ ਤਾਂ ਅਸੀਂ ਇਹਨੂੰ ਚੰਗਾ ਸਮਝਦੇ ਹਾਂ, ਲੇਕਿਨ ਡੈਲੀਗੇਟ ਜਾਂਦਾ ਉਹ ਅਲੱਗ ਗੱਲ ਹੈ। ਲੇਕਿਨ ਉਹਦੇ ਨਾਲ ਇਕੱਠ ਕਰਕੇ ਲਿਜਾਣਾ, ਕਾਰਾਂ ਦੇ ਕਾਫਲੇ ਲੈ ਕੇ ਜਾਣਾ, ਪਹਿਲਾਂ ਹੀ ਉਹ ਪਰਿਵਾਰ 'ਤੇ ਪ੍ਰੋਬਲਮ 'ਚ ਹੈ, ਉੱਥੇ ਜਾ ਕੇ ਹੋਰ ਪ੍ਰੋਬਲਮ ਕ੍ਰੀਏਟ ਕਰਨੀ, ਮੈਂ ਇਹਨੂੰ ਚੰਗਾ ਨਹੀਂ ਸਮਝਦਾ। ਹਰ ਪਾਰਟੀ ਦਾ 5-4 ਬੰਦਿਆਂ ਦਾ ਇੱਕ ਵਫਦ ਜਾਏ, ਉਹ ਚੰਗੀ ਗੱਲ ਹੈਗੀ।
ਤੇ ਬਾਰੀ-ਬਾਰੀ ਬਣ ਕੇ ਹਰ ਕੋਈ ਇੱਕ ਦੂਜੇ ਤੋਂ ਜ਼ਿਆਦਾ ਕਿਸਾਨਾਂ ਦਾ ਹਤੈਸ਼ੀ ਬਣ ਕੇ ਦਿਖਾਉਣਾ ਦੇ ਮਕਸਦ ਨਾਲ ਔਰ ਵੋਟਾਂ ਦੇ ਮਕਸਦ ਜਾਣ ਨੂੰ ਆਪਾਂ ਚੰਗਾ ਨਹੀਂ ਸਮਝਦੇ। ਬੈਦਵਾਨ ਜੀ, ਕੀ ਲੱਗਦਾ ਤੁਹਾਨੂੰ ਕਿ ਇਸ ਤਰ੍ਹਾਂ ਮਸਲੇ ਦਾ ਹੱਲ ਨਿਕਲ ਜੂਗਾ? ਕਿਉਂਕਿ ਖੇਤੀ ਕਾਨੂੰਨਾਂ ਖਿਲਾਫ ਪਹਿਲਾਂ ਹੀ ਉਹ 10.5 ਕੁ ਮਹੀਨੇ ਦਾ ਸਮਾਂ ਹੋ ਚੁੱਕਿਆ ਕਿ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਨੇ। ਕਿਉਂ ਨਹੀਂ ਸਿਆਸਤਦਾਨ ਉੱਥੇ ਜਾ ਕੇ ਪਹੁੰਚ ਕਰਦੇ? ਇਹ ਸਿਆਸਤਦਾਨਾਂ ਦੇ ਸਭ ਰਲੇ ਮਿਲੇ ਕੰਮ ਨੇ, ਸਾਰੇ ਕਾਰਪੋਰੇਟ ਨੇ, ਸਭ ਦੇ ਸ਼ੇਅਰ ਨੇ, ਸਭ ਇੱਕ ਦੂਜੇ ਨਾਲ ਮਿਲੀ ਭੁਗਤ ਤੇ ਚੱਲ ਰਿਹਾ ਕੰਮ। ਸਿਰਫ ਜਿਹੜਾ ਹੇਠਲਾ ਲੇਵਲ ਹੈ, ਕਿਸਾਨ ਕਹਿ ਦਈਏ ਜਾਂ ਉਹ ਆਮ ਪਬਲਿਕ ਕਹਿ ਦਈਏ ਜਿਹਨੂੰ ਨਪੀੜਿਆ ਜਾਣਾਗਾ, ਉਹ ਉੱਥੇ ਸਾਥ ਦੇ ਰਹੀ ਹੈ। ਦੂਸਰੀ ਗੱਲ ਇਹ ਹੈ ਕਿ ਜਦੋਂ ਇਹ ਪੋਲੀਟੀਕਲ ਪਰਿਵਾਰ ਪਾਵਰ 'ਚ ਵਿੱਚ ਹੁੰਦੇ ਹੈ, ਇਹਨਾਂ ਦੇ ਸਾਰੇ ਮੈਂਬਰ ਆਪਣੇ ਆਪ ਨੂੰ ਦੂਜੇ ਲੋਕਾਂ ਤੋਂ ਵੱਖ ਕਰਕੇ ਦੇਖਦੇ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਮਨੂ ਸ਼ਰਮਾ ਨੇ ਦਿੱਲੀ ਦੇ ਵਿੱਚ ਇੱਕ ਬਾਰ ਕੌਂਸਲ ਦਾ ਗੋਲੀ ਮਾਰ ਕੇ ਕਤਲ ਕੀਤਾ। ਉਹ ਤੋਂ ਬਰੀ ਵੀ ਹੋ ਗਏ ਆਪਣੇ ਸਿਆਸੀ ਰਸੂਖ ਦੇ ਨਾਲ, ਲੇਕਿਨ ਉਦੋਂ ਵੀ ਮੀਡੀਆ ਨੇ ਤੇ ਪਬਲਿਕ ਨੇ ਉਹਨਾਂ ਦੇ ਜ਼ੋਰ ਅੱਗੇ ਸਰਕਾਰ ਨੂੰ ਝੁਕਣਾ ਪਿਆ। ਠੀਕ ਉਸੇ ਤਰ੍ਹਾਂ ਬੇਸ਼ੱਕ ਇਹ ਬੜੇ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਗਿਆ। ਅੱਜ ਤੱਕ ਜਿਹੜੀ ਸੁਪਰੀਮ ਕੋਰਟ ਕਿਸਾਨਾਂ ਦੇ ਹੱਕ 'ਚ ਨਹੀਂ ਰਹੀ ਸੀ ਜਾਂ ਹੁਣ ਵੀ ਥੋੜ੍ਹਾ ਬਹੁਤਾ ਸਖਤ ਐਕਸ਼ਨ ਲੈਣ ਦੀ ਤਿਆਰੀ 'ਚ ਸੀ, ਕਿਤੇ ਨਾ ਕਿਤੇ ਇਸ ਘਟਨਾ ਤੋਂ ਬਾਅਦ ਉਹਨੇ ਸੂ ਮੋਟੋ ਨੋਟਿਸ ਲਿਆ ਤੇ ਭਾਵੇਂ ਬੜੇ ਹਲਕੀਆਂ ਦਲੀਲਾਂ ਦੇ ਨਾਲ ਕੋਈ ਸਖਤ ਐਕਸ਼ਨ ਅਜੇ ਨਹੀਂ ਲਿਆ, ਪਰ ਫਿਰ ਵੀ ਉਹਨਾਂ ਵੱਲੋਂ ਦਿੱਤੀ ਗਈ ਇੰਡੀਕੇਸ਼ਨਾਂ ਇਹ ਜ਼ਰੂਰ ਸਾਨੂੰ ਦੱਸਦੀਆਂ ਨੇ ਕਿ ਕਿਤੇ ਨਾ ਕਿਤੇ ਸੁਪਰੀਮ ਕੋਰਟ ਦਾ ਵੀ ਇਹਨਾਂ ਦੀਆਂ ਆਪ ਹੁਦਰੀਆਂ ਤੋਂ ਜਿਹੜਾ ਮਨ ਹੈ ਉਹ ਭਰ ਚੁੱਕਿਆ, ਉਹਨਾਂ ਦਾ ਵੀ ਸਬਰ ਦਾ ਪਿਆਲਾ ਭਰ ਚੁੱਕਿਆ। ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਫਿਊਚਰ 'ਚ ਕੁਝ ਦਿਨਾਂ 'ਚ ਜਦੋਂ ਇਹ ਦੁਬਾਰਾ ਤਰੀਕ ਦੀ ਸੁਣਵਾਈ ਸ਼ੁਰੂ ਹੋਊਗੀ ਤਾਂ ਉਹ ਹੋਰ ਸਖਤ ਤਰੀਕੇ ਦੇ ਨਾਲ ਇਸ ਕੇਸ ਨੂੰ ਸਿਰੇ ਲਵਾਉਣਗੇ। ਬੈਦਵਾਨ ਸਾਹਿਬ, ਕੱਲ੍ਹ ਤੋਂ ਹੀ ਨਵਜੋਤ ਸਿੰਘ ਸਿੱਧੂ ਨੇ ਜਿਹੜੇ ਉਹ ਲਖੀਮਪੁਰ ਪਹੁੰਚਦੇ ਨੇ, ਉੱਥੇ ਉਹਨਾਂ ਵੱਲੋਂ ਸਾਫ਼ ਤੌਰ ਦੇ ਉੱਤੇ ਕਿਹਾ ਜਾਂਦਾ ਜਦੋਂ ਤੱਕ ਮੁੱਖ ਮੁਲਜ਼ਮ ਹੈ ਜਿਹੜਾ ਪੇਸ਼ੀ ਦੇਣ ਨਹੀਂ ਆਉਂਦਾ ਪੁਲਿਸ ਕੋਲ ਜਾਂ ਫਿਰ ਗ੍ਰਿਫਤਾਰ ਨਹੀਂ ਹੁੰਦਾ, ਮੈਂ ਭੁੱਖ ਹੜਤਾਲ ਜਾਰੀ ਰੱਖੂੰਗਾ। ਹਾਲਾਂਕਿ ਅੱਜ ਆਸ਼ੀਸ਼ ਮਿਸ਼ਰਾ ਨੇ ਜਿਹੜੇ ਉਹ ਪੇਸ਼ੀ ਦੇਣ ਪਹੁੰਚਦੇ ਨੇ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਭੁੱਖ ਹੜਤਾਲ ਵੀ ਖਤਮ ਕਰ ਦਿੱਤੀ ਜਾਂਦੀ ਹੈ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਇੱਕ ਪਬਲਿਸਿਟੀ ਸਟੰਟ ਕਹਿ ਸਕਦੇ ਹਾਂ ਇਸ ਨੂੰ? ਪਬਲਿਸਿਟੀ ਸਟੰਟ ਵੀ ਹੈ ਜੀ। ਸਿੱਧੂ ਸਾਹਿਬ 16 ਸਾਲ ਬੀਜੇਪੀ ਦੇ ਵਿੱਚ ਰਹੇ ਨੇ। ਉਹਨਾਂ ਨੂੰ ਇਹਨਾਂ ਦੀ ਕਾਰਗੁਜ਼ਾਰੀਆਂ, ਇਹਨਾਂ ਦੇ ਕੰਮਕਾਰ ਕਰਨ ਦਾ ਤਰੀਕਾ ਉਹਨਾਂ ਤੋਂ ਭਲੀ ਭਾਂਤ ਜਾਣੂ ਹੈਗੇ। ਇਹ ਤਾਂ ਇੱਦਾਂ ਲੱਗਦਾ ਜਿਵੇਂ ਉਹਨਾਂ ਦੇ ਨਾਲ ਇਹ ਪਲਾਂਟਡ ਜਾਂ ਬੀਜੇਪੀ ਨੇ ਸਿੱਧੂ ਸਾਹਿਬ ਨੂੰ ਕਿਤੇ ਨਾ ਕਿਤੇ ਦੁਬਾਰਾ ਪ੍ਰਮੋਟ ਕਰਨਾ ਸੀ। ਤੇ ਵਰਤ ਤਾਂ ਚਲੋ ਨਰਾਤੇ ਸ਼ੁਰੂ ਹੋ ਗਏ, ਸਿੱਧੂ ਸਾਹਿਬ ਰੱਖਦੇ ਹੀ ਹੈਗੇ, ਉਹਨਾਂ ਨੇ ਆਪਣਾ ਰੱਖਣਾ ਹੀ ਰੱਖਣਾ ਸੀ ਨਵਰਾਤਰਿਆਂ ਦਾ ਵਰਤ, ਤੇ ਹੋਰ ਵੀ ਬਹੁਤ ਸਾਰੀ ਦੁਨੀਆ ਰੱਖਦੀ ਹੈ। ਪਰ ਕਿਤੇ ਨਾ ਕਿਤੇ ਇੱਦਾਂ ਲੱਗਦਾ ਜਿਵੇਂ ਸਿੱਧੂ ਸਾਹਿਬ ਦੇ ਨਾਲ ਅੰਦਰੋਂ ਗਤੀ ਇਸ ਚੀਜ਼ ਦਾ ਪਤਾ ਸੀ ਕਿ ਅੱਜ ਇਹ ਗ੍ਰਿਫਤਾਰੀ ਉਸ ਦਿਨ ਦੇਣਗੇ, ਤੇ ਉਹ ਡਰਾਮਾ ਉਹਨਾਂ ਦਾ ਜਿਹੜਾ ਹੈਗਾ ਬੀਜੇਪੀ ਨੇ ਵੀ ਕਰਨ ਦਾ ਮੌਕਾ ਦਿੱਤਾ। ਅੱਛਾ, ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਜਿਹੜੇ ਪ੍ਰਧਾਨ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ। ਉਹ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਨੂੰ ਉਹਨਾਂ ਵੱਲੋਂ ਚਿੱਠੀ ਲਿਖੀ ਗਈ ਹੈ ਕਿ ਸਾਨੂੰ ਲਖੀਮਪੁਰ ਖੀਰੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ। ਤੁਹਾਨੂੰ ਲੱਗਦਾ ਕਿ ਇਸ ਦੀ ਇਜਾਜ਼ਤ ਵੀ ਮੰਗਣੀ ਚਾਹੀਦੀ ਹੈ? ਜੇ ਕੋਈ ਕੰਮ ਨਹੀਂ ਕਰਨਾ ਤਾਂ ਚਿੱਠੀਆਂ ਲਿਖੀ ਜਾਓ। ਸਾਡੇ ਸੀਐਮ ਸਾਹਿਬ ਨੇ ਵੀ ਕਈ ਚਿੱਠੀਆਂ ਲਿਖੀਆਂ, ਪਹਿਲਾਂ ਇਹਨਾਂ ਨੇ ਵੀ ਚਿੱਠੀਆਂ ਲਿਖੀਆਂ। ਤੇ ਕੰਮ ਤਾਂ ਉਹ ਹੈ ਫਿਰ ਜਿਵੇਂ ਸਾਡੇ ਝਡੂਨੀ ਸਾਹਿਬ ਭੇਸ ਬਦਲ ਕੇ ਜਦੋਂ ਉਹਨਾਂ ਨੇ ਇੱਕ ਟਾਰਗੇਟ ਲੈ ਲਿਆ ਕਿ ਮੈਂ ਜਾਣਾ ਹੀ ਜਾਣਾ ਭਾਵੇਂ ਕੁਝ ਵੀ ਹੋਵੇ। ਇਹ ਸਿਰਫ ਡਰਾਮੇ ਕਰਨ ਦੀ ਤਾਂ ਲੋੜ ਹੀ ਨਹੀਂ ਹੈਗੀ ਕਿ ਦੋ ਬੰਦਾ ਜਾਂਦਾ ਤਾਂ ਸ਼ਾਇਦ ਪੁਲਿਸ ਇਹਨਾਂ ਨੂੰ ਰੋਕਦੀ ਵੀ ਨਾ। ਅਗਰ ਇਹ ਰੋਕਿਆ ਗਿਆ ਲਓ ਲਸ਼ਕਰ ਲੈ ਕੇ ਤੁਸੀਂ ਜਾਓਗੇ ਤੇ ਅੱਗੇ ਮਾਹੌਲ ਖਰਾਬ ਹੋਣ ਦਾ ਡਰ ਹੋਵੇ ਤਾਂ ਇਹ ਤਾਂ ਹੈ ਹੀ ਹੈ ਕਿ ਸਰਕਾਰ ਨੂੰ ਤਾਂ ਤੁਸੀਂ ਆਪ ਹੀ ਦੱਸ ਰਹੇ ਹੋ ਕਿ ਅਸੀਂ ਆ ਰਹੇ ਹਾਂ ਤੇ ਸਾਨੂੰ ਰੋਕ ਲਿਆ ਜਾਵੇ। ਜਿਹੜੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਅਜੇ ਮਿਸ਼ਰਾ, ਉਹਨਾਂ ਦੇ ਜਿਹੜੇ ਪੁੱਤਰ ਨੇ ਆਸ਼ੀਸ਼ ਮਿਸ਼ਰਾ, ਅੱਜ ਉਹ ਪੇਸ਼ੀ ਤੇ ਪਹੁੰਚੇ ਤਾਂ ਨੇ, ਪਰ ਤੁਹਾਡਾ ਕੀ ਇੱਥੇ ਰੁਕਿਆ? ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਕਿ ਜਿਹੜੇ ਹੁਣ ਤੱਕ ਉਹਨਾਂ ਨੂੰ ਮੰਤਰੀ ਅਹੁਦੇ ਤੋਂ ਅਸਤੀਫਾ ਨਹੀਂ ਦੇਣਾ ਚਾਹੀਦਾ ਸੀ? ਹਿੰਦੁਸਤਾਨ ਦੇ ਵਿੱਚ 74 ਸਾਲ ਨਿਕਲਣ ਤੋਂ ਬਾਅਦ ਗਰੀਬ ਤੇ ਅਮੀਰ ਹੋਈ ਜਾ ਰਹੀ ਵਾਲੀ ਪਾਲਿਸੀ ਨਹੀਂ ਚੱਲ ਰਹੀ। ਸੰਵਿਧਾਨ ਵੀ ਦੋ ਚੱਲ ਰਹੇ ਨੇ। ਅਮੀਰ ਵਾਸਤੇ ਰੂਲ ਹੋਰ ਨੇ, ਗਰੀਬ ਵਾਸਤੇ ਕੁਝ ਹੋਰ ਨੇ। ਜਿਸ ਤਰ੍ਹਾਂ ਸਾਰੀ ਯੂਪੀ ਪੁਲਿਸ ਪੱਬਾਂ ਭਾਰ ਹੋ ਕੇ ਉਹਨੂੰ ਬਚਾਉਣ ਦੇ, ਉਹਦੇ ਸਬੂਤਾਂ ਦੇ ਵਿੱਚ ਛੇੜਛਾੜ ਕਰਨ ਦਾ ਮੌਕਾ ਦੇ ਰਹੀ ਹੈ, ਉਸ ਤੋਂ ਤਾਂ ਇਹੀ ਜਾਪਦਾ ਕਿ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ ਉਸ ਮੁਤਾਬਕ ਕੰਮ ਨਹੀਂ ਹੋ ਰਿਹਾ, ਬਲਕਿ ਬੰਦਾ ਹੂ ਆਰ ਯੂ ਦੇਖ ਕੇ ਕੰਮ ਹੋ ਰਿਹਾ ਗਾ। ਉਹਦਾ ਗੁਨਾਹਗਾਰ ਹੈ ਜਾਂ ਗੁਨਾਹਗਾਰ ਨਹੀਂ ਹੈ ਇਹ ਨਹੀਂ ਪਰਖਿਆ ਜਾਂਦਾ। ਸਿਰਫ ਇਹ ਪਰਖਿਆ ਜਾ ਰਿਹਾ ਕਿ ਉਹ ਕਿਸ ਘਰਾਣੇ ਨੂੰ ਬਿਲੋਂਗ ਕਰਦਾ ਗਾ, ਕਿਸ ਪਾਰਟੀ ਨੂੰ ਬਿਲੋਂਗ ਕਰਦਾ। ਇਹੀ ਪ੍ਰਿਯੰਕਾ ਗਾਂਧੀ ਜਦੋਂ ਉੱਥੇ ਜਾਣ ਲੱਗੀ ਸੀਗੀ ਤਾਂ ਇੱਕ ਉਹ ਨੋਮੀਨੇਟਡ ਆਲ ਵਰਲਡ ਫੈਮਿਲੀ ਦੇ ਵਿੱਚੋਂ ਹੈ।
ਜਿਹਨੂੰ ਆਪਾਂ ਜੇ ਉਹਨੂੰ ਬਿਨਾਂ ਹੀ ਕਿਸੇ FIR ਤੋਂ ਬਿਨਾਂ ਕਿਸੇ ਗੁਨਾਹ ਤੋਂ 28 ਘੰਟੇ ਇਹ ਆਪਣੀ ਹਿਰਾਸਤ 'ਚ ਰੱਖਦੀ ਹੈ ਪੁਲਿਸ, ਤਾਂ ਇੱਕ ਆਮ ਬੰਦੇ ਵਾਸਤੇ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਉਹਦੀ ਕਿਆ ਸੋਚ ਹੋ ਸਕਦੀ ਹੈ, ਉਹਨੂੰ ਇਹ ਕਿੰਨਾ ਹਰਾਸਮੈਂਟ ਕਰ ਸਕਦੇ ਹੈ। ਅਤੇ ਇੱਕ ਉਹ ਗੁਨਾਹਗਾਰ ਜਿਹਨੇ ਆਪਣਾ ਲੋਕਾਂ ਨੂੰ ਦਰੜਿਆ ਗਾ, ਉਹਨੂੰ ਇਹ ਖੁੱਲ੍ਹਾ ਛੱਡ ਰਹੇ ਹਨ ਤਾਂ ਕਿ ਉਹ ਸਬੂਤਾਂ ਨਾਲ ਛੇੜਛਾੜ ਕਰੇ। ਇਹ ਤਾਂ ਜੇ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨਾ ਆਉਂਦੀਆਂ ਸ਼ਾਇਦ ਉਹ ਇੰਡੀਆ ਤੋਂ ਬਾਹਰ ਵੀ ਚਲਿਆ ਜਾਂਦਾ, ਨੇਪਾਲ ਦੇ ਰਸਤੇ। ਬੈਦਵਾਨ ਸਾਹਿਬ, ਉਸ ਮਾਮਲੇ ਦੇ ਵਿੱਚ ਜਿਹੜੇ ਵੀ ਮੁਲਜ਼ਮ ਨੇ ਉਹ ਸ਼ਾਮਲ ਸੀਗੇ, ਉਹਨਾਂ ਦੇ ਬਿਆਨ ਵੀ ਆਏ ਨੇ ਕਿ ਉੱਥੇ ਕਿਸਾਨਾਂ ਵੱਲੋਂ ਹੋ ਹੱਲਾ ਕੀਤਾ ਗਿਆ, ਉਸ ਤੋਂ ਬਾਅਦ ਅਸੀਂ ਜਿਹੜਾ ਗੱਡੀ ਹੈ ਉਹ ਭਜਾਈਆਂ ਨੇ। ਹੋ ਹੱਲਾ ਬਿਲਕੁਲ ਨਹੀਂ ਕੀਤਾ ਗਿਆ। ਜਿਹੜੀਆਂ ਵੀਡੀਓ ਆ ਰਹੀਆਂ ਗੀਆਂ ਉਹਨਾਂ ਦੇ ਵਿੱਚ ਕਿਸਾਨਾਂ ਨੇ ਸਗੋਂ ਉਹਨਾਂ ਨੂੰ ਰਸਤਾ ਦਿੱਤਾ, ਲੰਘਾਇਆ, ਕਿਉਂਕਿ ਕਿਸਾਨ ਸਿਰਫ ਰੋਸ ਕਰਤੇ ਆ, ਰੋਸ ਦਾ ਉਹਨਾਂ ਦਾ ਕੰਮ ਪੂਰਾ ਹੋ ਚੁੱਕਿਆ ਸੀ, ਵਾਪਸੀ 'ਚ ਉਹ ਆ ਰਹੇ ਸੀ। ਜਿਹੜੀ ਉੱਥੇ ਅੱਗਾਂ ਵਗੈਰਾ ਲੱਗੀਆਂ ਜਾਂ ਬਾਅਦ ਦੇ ਵਿੱਚ ਜੋ ਕੁਛ ਵੀ ਹੋਇਆ, ਜਦੋਂ ਤੁਸੀਂ ਕਿਸੇ ਦੇ ਨਾਲ ਅੰਨ੍ਹੇਵਾਹ ਜਾ ਕੇ ਉਹਨਾਂ ਦੇ ਗੱਡੀਆਂ ਚੜ੍ਹਾਤੀਆਂ, ਗੱਡੀ ਪਲਟੀ ਹੈ, ਤਾਂ ਗੁੱਸਾ ਤਾਂ ਇੱਕ ਲਹਿਤ ਫੁੱਟਣਾ ਜ਼ਰੂਰੀ ਸੀਗਾ, ਪਰ ਉਹਨਾਂ ਦਾ ਸਭ ਕੁਝ ਸੁਨਿਸ਼ਚਿਤ ਸੀ। ਪਹਿਲੇ ਉੱਥੇ ਪੁਲਿਸ ਵੀ ਖੜ੍ਹਾ ਕੇ ਰੱਖੀ ਹੋਈ ਸੀ ਔਰ ਇਹ ਕਾਰਵਾਈ ਪੂਰੀ ਪਲਾਨ ਦੇ ਨਾਲ ਇੱਕ ਸਿੱਖਾਂ ਨੂੰ ਔਰ ਖਾਸ ਕਰਕੇ ਤਰਾਈ ਦੇ ਸਿੱਖਾਂ ਨੂੰ ਉਹਨਾਂ ਨੂੰ ਟਾਰਗੇਟ ਕਰਨ ਵਾਸਤੇ ਕੀਤਾ ਗਿਆ ਗਾ। ਅਤੇ ਉਸ ਤੋਂ ਪਹਿਲਾਂ ਦੇ ਜੋ ਬਿਆਨ ਉਹਨਾਂ ਦੇ ਨੇ, ਜੋ ਖੱਟਰ ਸਾਹਿਬ ਦੇ ਬਿਆਨ ਨੇ, ਜੋ ਮੋਦੀ ਸਾਹਿਬ ਨੇ ਵੀ ਕਿਹਾ ਸੀ ਕਿ ਇਹ ਕਾਨੂੰਨੋਂ में संशोधन नहीं होगा, किसानों के हक में है, ਉਹਨਾਂ ਤੋਂ ਅਜੇ ਤੱਕ ਇਹ ਲੱਗਦਾ ਕਿ ਬਾਈ ਹੁੱਕ ਔਰ ਕਰੁੱਕ ਕਿਸੇ ਵੀ ਤਰ੍ਹਾਂ ਕਿਸੇ ਵੀ ਕੀਮਤ 'ਤੇ ਇਹਨਾਂ ਕਾਨੂੰਨਾਂ ਨੂੰ ਕਿਸੇ ਤਰ੍ਹਾਂ ਧੱਕੇ ਨਾਲ ਇੱਕ ਵਾਰੀ ਜ਼ਰੂਰ ਲਾਗੂ ਕਰਨਾ ਚਾਹੁੰਦੇ ਨੇ। ਅਤੇ ਕਿਸਾਨਾਂ ਨੂੰ ਇਹ ਚਾਹੁੰਦੇ ਨੇ ਕਿ ਕਿਸ ਤਰ੍ਹਾਂ ਦਿੱਲੀ ਦੇ ਬਾਰਡਰਾਂ ਤੋਂ ਇਹ ਖਦੇੜ ਦੇਣ। ਜਿਹੜੇ ਖੱਟਰ ਸਾਹਿਬ ਕਹਿ ਦਿੰਦੇ ਰੋਕਾਂ ਲਾਈਆਂ, ਸੁਪਰੀਮ ਕੋਰਟ ਨੇ ਨੋਟਿਸ ਦੇ ਤਾ, ਇਹ ਖੱਟਰ ਸਾਹਿਬ ਨੇ ਖਾਈਆਂ ਪਟਵਾਈਆਂ, ਇਹਨਾਂ ਨੇ ਸਰਕਾਰ ਨੇ ਉੱਥੇ ਰੋਕਾਂ ਲਾਈਆਂ। ਅਸੀਂ ਤਾਂ ਨਾ ਕਾਨੂੰਨ ਬਣਾਏ ਨਾ ਕੋਈ ਰੋਕ ਲਾਈ ਹੈ, ਰੋਕਾਂ ਵੀ ਇਹਨਾਂ ਨੇ ਲਾਈਆਂ, ਕਾਨੂੰਨ ਵੀ ਇਹਨਾਂ ਨੇ ਬਣਾਈਆਂ, ਰੋਕਾਂ ਵੀ ਹਟਾ ਦੇਣ, ਕਾਨੂੰਨ ਵੀ ਹਟਾ ਦੇਣ, ਸਾਰਾ ਮਸਲਾ ਸ਼ਾਂਤ ਹੋ ਜਾਵੇ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਕਹਿੰਦੇ ਨੇ ਆਪਣੀਆਂ ਡਾਂਗਾਂ ਤਿਆਰ ਰੱਖੋ ਜੇਕਰ ਕਿਤੇ ਇਕੱਠ ਕਰਦੇ ਨੇ। ਕਿਸ ਤਰ੍ਹਾਂ ਵੇਖਦੇ ਹੋ ਇਸ ਬਿਆਨ ਨੂੰ, ਕਿਉਂਕਿ ਬਾਅਦ ਦੇ ਵਿੱਚ ਆਪਣੇ ਬਿਆਨ ਤੋਂ ਪਲਟੇ ਵੀ ਨੇ, ਉਹ ਦਬਕਾ ਹੀ ਮਾਰ ਜਾਂਦੇ ਆ, ਮੂੰਹ ਦਾ ਕੀ ਖੋਲ੍ਹ ਕੇ ਬੰਦ ਕਰ ਦੇਣਾ, ਤੁਸੀਂ ਜੋ ਮਰਜ਼ੀ ਕਹੀ ਜਾਓ। ਪਰ ਲੇਕਿਨ ਜੇ ਇੱਕ ਸ਼ੇਰ ਨੇ ਹਰਿਆਣੇ ਦੇ ਨੇ ਝੜੂਨੀ ਸਾਹਿਬ ਨੇ ਉਹਨਾਂ ਨੂੰ ਫਿਰ ਚੈਲੰਜ ਕੀਤਾ ਸੀ ਵੀ ਮੈਦਾਨ 'ਚ ਆ ਕੇ ਵੀ ਦੇਖਦਾ, ਲੋਕਾਂ ਦੇ ਪੁੱਤ ਮਰਾਉਣੇ, ਇਹਨਾਂ ਦੇ ਕਿਹੜੇ ਮੋਦੀ ਹੋਇਆ, ਜੋਗੀ ਹੋਇਆ, ਇਹ ਖੱਟੜ ਹੋ ਜਾਂਦੇ, ਕਿਹੜੇ ਕੋਈ ਆਪਣਾ ਧੀ ਪੁੱਤ ਹੈ ਕਿ ਇਹਨਾਂ ਦੇ ਮਨ 'ਚ ਕੋਈ ਦਰਦ ਹੋਵੇ ਜਾਂ ਇਹਨਾਂ ਨੂੰ ਕਿਸੇ ਇਹੋ ਜਿਹੇ ਹਾਲਾਤ ਦਾ ਸਾਹਮਣਾ ਕਰਨਾ ਪਿਆ ਹੋਵੇ ਜਦੋਂ ਇਹਨਾਂ ਨੂੰ ਘਰ ਦੇ ਵਿੱਚ ਐਡਜਸਟਮੈਂਟਾਂ ਕਰਨੀਆਂ ਹੋਵੇ। ਇਹਨਾਂ ਨੇ ਤਾਂ ਜੋ ਕਹਿਦਾ ਪੁੱਠੇ ਸਿੱਧੇ ਤਰੀਕਿਆਂ ਨਾਲ ਜੋ ਆਪਣੇ ਮੂੰਹ ਤੋਂ ਕਹਿਦਾ ਉਹ ਪੂਰਾ ਕਰਨਾ। ਇਹੀ ਸਾਡੀ ਸਿਆਸਤ ਜਿਹੜੀ ਸਭ ਤੋਂ ਮਾੜੀ ਦੁਰਭਾਗ ਹੈ ਕਿ ਤਿੰਨੇ ਯੂਪੀ ਜਿਹੜੀਆਂ ਦਿੱਲੀ ਦੇ ਨੇੜੇ ਨੇੜੀਆਂ ਸਟੇਟਾਂ ਗੀਆਂ, ਇਹ ਉਹਨਾਂ ਬੰਦਿਆਂ ਦੇ ਹੱਥ ਆ ਗਈਆਂ ਜਿਨ੍ਹਾਂ ਨੂੰ ਦੁਨੀਆਦਾਰੀ ਦਾ ਪਤਾ ਹੀ ਨਹੀਂ ਹੈ ਕਿ ਦੁਨੀਆਦਾਰੀ ਦੀ ਕਿਸ ਤਰ੍ਹਾਂ ਚੱਲਦੀ ਹੁੰਦੀ ਹੈ। ਬੈਦਵਾਨ ਸਾਹਿਬ, ਲਖੀਮਪੁਰ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹਾਲਾਂਕਿ ਪੇਸ਼ੀ ਤੇ ਤਾਂ ਆਏ ਨੇ ਆਸ਼ੀਸ਼ ਮਿਸ਼ਰਾ, ਤੇ ਤੁਹਾਨੂੰ ਨਹੀਂ ਲੱਗਦਾ ਯੂਪੀ ਪੁਲਿਸ ਦੀ ਵੀ ਕਿਤੇ ਨਾ ਕਿਤੇ ਬਹੁਤ ਵੱਡੀ ਘਾਟ ਹੈ ਕਿ ਸੁਪਰੀਮ ਕੋਰਟ ਦੀ ਦਖਲ ਤੋਂ ਪਹਿਲਾਂ ਹੀ ਉਹਨਾਂ ਨੂੰ ਗ੍ਰਿਫਤਾਰੀ ਕਰ ਲੈਣੀ ਚਾਹੀਦੀ ਸੀ? ਘਾਟ ਤੇ ਹੈ ਹੀ ਹੈ ਜੀ, ਘਾਟ ਤੇ ਹੁਣ ਵੀ ਚੱਲੇਗੀ। ਜਿਵੇਂ ਮਨੂ ਸ਼ਰਮਾ ਨੂੰ ਇਹਨਾਂ ਨੇ ਬਰੀ ਤੱਕਰ ਕਰਾਤਾ ਸੀ, ਲੇਕਿਨ ਜਦੋਂ ਮੀਡੀਆ ਤੇ ਪਬਲਿਕ ਅੱਗੇ ਆਈ ਤਾਂ ਉਹਨਾਂ ਨੂੰ ਮੁੜ ਕੇ ਫਿਰ ਜੇਲ੍ਹ ਜਾਣਾ ਪਿਆ। ਇਸ ਵਿੱਚ ਸਾਡਾ ਹੱਥ ਇੰਨਾ ਕੁ ਉੱਤੇ ਹੈ ਕਿ ਉਸ ਕੇਸ ਦੇ ਵਿੱਚ ਉਹਦੇ ਬਰੀ ਹੋਣ ਤੋਂ ਬਾਅਦ ਮੀਡੀਆ ਇੰਨਾ ਅੱਗੇ ਆਇਆ ਸੀ ਅਤੇ ਲੋਕੀ ਅੱਗੇ ਆਏ ਸੀ। ਇਹਦੇ ਵਿੱਚ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੀਡੀਆ ਅਤੇ ਉਹ ਲੋਕ ਜਿਹੜੇ ਸੱਚੇ ਮੀਡੀਆ ਨੇ ਉਹ ਤੇ ਪਬਲਿਕ ਸਾਡੇ ਨਾਲ ਆ ਗਈ ਹੈ, ਅਤੇ ਇਸ ਲਈ ਅਸੀਂ ਇਹ ਕਰਦੇ ਹਾਂ ਕਿ ਪ੍ਰੈਸ਼ਰ ਜ਼ਰੂਰ ਸਾਨੂੰ ਇਨਸਾਫ ਦਿਵਾਏਗਾ। ਕਿਸਾਨ ਅੰਦੋਲਨ ਇਸ ਵੇਲੇ ਕਿੱਥੇ ਖੜਾ ਬੈਦਵਾਨ ਸਾਹਿਬ? ਕਿਸਾਨ ਅੰਦੋਲਨ ਆਪਣੇ ਪੀਕ ਪੁਆਇੰਟ 'ਤੇ ਹੈ। ਅੰਦਰੋਂ ਇਹ ਸਾਰੇ ਡਰੇ ਹੋਏ ਹੈ। ਇਸੀ ਡਰ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹਾਂ ਕਿ ਜੇ ਆਪਾਂ ਬਿੱਲੀ ਨੂੰ ਕਮਰੇ 'ਚ ਬੰਦ ਕਰ ਦਈਏ ਤਾਂ ਉਹ ਪ੍ਰਚਾਂਡੇ ਮਾਰਦੀ ਹੈ, ਇਹ ਹੁਣ ਪ੍ਰਚਾਂਡੇ ਮਾਰਨ ਵਾਲੀ ਗੱਲਾਂ 'ਤੇ ਆ ਗਏ ਹੈ। ਇਹ ਆਪਣੇ ਡਰ ਦੇ ਮਾਰੇ ਇਹਨਾਂ ਨੂੰ ਬਜਾਏ ਕੋਈ ਸਹੀ ਫੈਸਲਾ ਲੈਣ ਇਹ ਹੱਥ ਪੈਰ ਮਾਰ ਦੇਗੇ, ਕਿਸੇ ਤਰ੍ਹਾਂ ਸਾਡੀ ਜਿਹੜੀ ਸਾਖ ਹੈ ਉਹ ਬਚੀ ਰਹਿ ਜਾਵੇ, ਇਹ ਅੰਦੋਲਨ ਹੈ ਜਿਹੜਾ ਖਤਮ ਹੋ ਜੇ। ਪਰ ਜਿਉਂ ਇਹ ਅੰਦੋਲਨ ਜਿਵੇਂ ਹੁਣ ਸਾਡਾ ਵਾਢੀ ਦਾ ਸੀਜ਼ਨ ਸੀ, ਅਸੀਂ ਡਰਦੇ ਸੀ ਕਿ ਉੱਥੇ ਪਬਲਿਕ ਘਟੇਗੀ, ਲੇਕਿਨ ਇਸ ਜਿਹੜੀ ਬੇਰਹਿਮ ਇਹਨਾਂ ਨੇ ਹੱਤਿਆ ਕੀਤੀ ਹੈ ਇਹਦੇ ਨਾਲ ਸਗੋਂ ਦੁਬਾਰਾ ਲੋਕਾਂ ਨੇ ਆਪਣੇ ਕੰਮਕਾਰਾਂ ਦੀ ਪਰਵਾਹ ਵੀ ਨਾ ਕਰਦੇ ਹੋਏ ਲਖੀਮਪੁਰ ਵੱਲ ਨੂੰ, ਦਿੱਲੀ ਵੱਲ ਨੂੰ ਚਾਲੇ ਪਾਤੇ ਹੈ, ਅਤੇ ਅੰਦੋਲਨ ਇੱਕ ਵਾਰੀ ਫੇਰ ਮੁੜ ਕੇ ਪਹਿਲਾਂ ਨਾਲੋਂ ਵੀ ਸਟਰੋਂਗ ਹੋ ਗਿਆ ਹੈ।
ਬੈਦਵਾਨ ਸਾਹਿਬ, ਸ਼ਾਇਦ ਤੁਹਾਨੂੰ ਯਾਦ ਰਹੇ ਹੋਊਗਾ ਕਿ ਨਵਰੀਤ ਇੱਕ ਸ਼ਖਸ ਹੈ ਜਿਹੜਾ ਨੌਜਵਾਨ ਹੈ, ਸ਼ਹੀਦ ਹੋਇਆ ਸੀ ਉਹ ਦਿੱਲੀ ਵਿਖੇ। ਉਹਨਾਂ ਦੇ ਜਿਹੜੇ ਦਾਦਾ ਜੀ ਨੇ ਹਰਦੀਪ ਡਿਬਡਵਾ, ਉਹ ਕਹਿੰਦੇ ਨੇ ਕਿ ਜਿਹੜੇ ਬਲਬੀਰ ਸਿੰਘ ਰਾਜੇਵਾਲ ਨੇ, ਕਿਸਾਨੀ ਜਿਹੜੀ ਜਥੇਬੰਦੀਆਂ ਨੇ ਉਹਨਾਂ ਦੀ ਅਗਵਾਈ ਕਰ ਰਹੇ ਨੇ, ਉਹਨਾਂ ਦੀ ਕੇਂਦਰ ਸਰਕਾਰ ਦੇ ਨਾਲ ਮਿਲੀ ਭੁਗਤ ਹੈ। ਦੇਖੋ, ਇਹ ਤਾਂ ਮਤਲਬ ਇਲਜ਼ਾਮ ਲੱਗਦੇ ਹੀ ਹੁੰਦੇ ਆ। ਜਿਹੜੇ ਬੰਦੇ ਜ਼ਿੰਮੇਵਾਰ ਹੁੰਦੇ ਆ, ਟਕੈਤ ਸਾਹਿਬ ਹੋਏ, ਉਹਨਾਂ 'ਤੇ ਵੀ ਕਈਆਂ ਨੇ ਇਲਜ਼ਾਮ ਲਗਾਤੇ, ਰਾਜੇਵਾਲ ਸਾਹਿਬ ਹੋਏ, ਇਹਨਾਂ ਨੇ ਇੱਕ ਇਹ ਨਹੀਂ ਦੇਖਣਾ ਹੁੰਦਾ ਕਿ ਮਤਲਬ ਅਸੀਂ ਡਿਮਾਂਡਸ ਸਾਡੀ ਕੀ ਨੇ, ਕਿਉਂਕਿ ਜੇ ਇਹਨਾਂ ਦੇ ਮੂੰਹ ਤੋਂ ਛੋਟੀ ਜਿਹੀ ਗਲਤੀ ਵੀ ਹੋ ਜੇ, ਪਬਲਿਕ ਭੜਕ ਜਾਵੇ, ਤਾਂ ਉਹਨੂੰ ਕੰਟਰੋਲ ਕਰਨਾ ਬੜਾ ਮੁਸ਼ਕਲ ਹੁੰਦਾ। ਅਤੇ ਇਸ ਕਰਕੇ ਇਹਨਾਂ ਦੀ ਸ਼ਾਂਤੀ ਬਣਾ ਕੇ ਰੱਖਣਾ ਵੀ ਸਭ ਤੋਂ ਬੜੀ ਜ਼ਿੰਮੇਵਾਰੀ ਹੁੰਦੀ ਹੈ। ਪਬਲਿਕ ਨੂੰ ਇਹ ਜਵਾਬਦੇਹ ਵੀ ਹੁੰਦੇ ਆ, ਔਰ ਉਹ ਸਿਆਣੇ ਆ, ਸਾਰੀ ਉਮਰ ਉਹਨਾਂ ਦੀ ਇਹਨਾਂ ਕੰਮਾਂ 'ਚ ਨਿਕਲ ਗਈ। ਉਹਨਾਂ ਨੂੰ ਪਤਾ ਕਿ ਸਰਕਾਰਾਂ ਇੱਕੋ ਛੇਤੀ ਫੈਸਲੇ ਨਹੀਂ ਕਰਦੀਆਂ ਹੁੰਦੀਆਂ। ਇਹ ਬੜਾ ਜ਼ਬਰ ਜ਼ੁਲਮ ਕਰਨ ਤੋਂ ਬਾਅਦ ਜਦੋਂ ਸਾਰੇ ਪਾਸੇ ਤੋਂ ਬੇਵੱਸ ਹੋ ਜਾਵੇ, ਉਦੋਂ ਸਰਕਾਰ ਕੋਈ ਫੈਸਲੇ ਲੈਂਦੀ ਹੈ। ਭਾਵੇਂ ਕਿਸਾਨਾਂ ਦਾ ਮਸਲਾ ਹੋਵੇ, ਕੱਚੇ ਮੁਲਾਜ਼ਮਾਂ ਦਾ ਮਸਲਾ ਹੋਵੇ, ਟੀਚਰਾਂ ਦਾ ਮਸਲਾ ਹੋਵੇ। ਤੁਸੀਂ ਦੇਖਦੇ 23 ਸਾਲ ਤੋਂ ਅੱਜ ਸਾਡੇ ਟੀਚਰ ਉन्हीं ਤਨਖਾਹਾਂ 'ਤੇ ਬੈਠੇ ਆ, ਅੱਜ ਤੱਕ ਪੱਕੇ ਨਹੀਂ ਹੋਏ। ਸੋ ਇੱਦਾਂ ਦੀ ਗੱਲ ਨਹੀਂ ਹੈ। ਉਹਨਾਂ ਨੂੰ ਪਤਾ ਕਿ ਸਰਕਾਰਾਂ ਕਿਵੇਂ ਕੰਮਕਾਰ ਕਰਦੀਆਂ, ਅਤੇ ਸਿਆਣੇ ਬੰਦੇ ਨੇ। ਇੱਦਾਂ ਦੀ ਅਜੇ ਤੱਕ ਕੋਈ ਗੱਲ ਨਹੀਂ ਹੈ। ਅਗਰ ਸਾਰੇ ਬੰਦੇ ਉਹਨਾਂ ਦੀ ਕਮਾਂਡ ਸੰਭਾਲ ਰਹੇ ਨੇ, ਟਕੈਤ ਸਾਹਿਬ ਦੀ ਕਮਾਂਡ ਸੰਭਾਲ ਰਹੇ ਨੇ, ਉਹਨਾਂ ਦੀ ਕਮਾਂਡ ਹੇਠ ਚੱਲਦੇ ਆ, ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ। ਅਗਰ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ ਕਦਾ ਇਹ ਜਿਹੜਾ ਅੰਦੋਲਨ ਹੈ ਉਹ ਫੇਲ ਹੋ ਜਾਂਦਾ। ਬੈਦਵਾਨ ਸਾਹਿਬ, ਜਿਸ ਵੇਲੇ ਕੇਂਦਰ ਸਰਕਾਰ ਨੇ ਕੇਂਦਰੀ ਖੇਤੀ ਕਾਨੂੰਨਾਂ ਦੇ ਉੱਤੇ 1.5 ਸਾਲ ਦੀ ਰੋਕ ਦਾ ਤੁਹਾਨੂੰ ਆਰਡਰ ਜਾਂ ਆਫਰ ਦਿੱਤਾ ਸੀਗਾ, ਉਸ ਵੇਲੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਬਿਆਨ ਆਇਆ ਸੀ ਕਿ ਜਿੱਤ ਅਸੀਂ ਹਾਸਲ ਕਰ ਲਈ ਹੈ। ਜੇ ਜਿੱਤ ਹਾਸਲ ਕਰ ਲਈ ਹੈ ਤਾਂ ਸੰਘਰਸ਼ ਇੰਨਾ ਲੰਬਾ ਕਿਉਂ ਜਾ ਰਿਹਾ? ਰੋਕ ਸਿਰਫ ਸਾਨੂੰ ਡਰਾਮਾ ਸੀ। ਜੇ ਰੋਕ ਹੀ ਲਾਉਣੀ ਹੈ ਤਾਂ ਪਰਮਾਨੈਂਟ ਰੋਕ ਲਾ ਲਓ। ਪਰਮਾਨੈਂਟ ਇੰਜੈਕਸ਼ਨ ਹੋ ਸਕਦੀ ਹੈ। ਇਹ ਕਾਨੂੰਨ ਕਦੇ ਵੀ ਲਾਗੂ ਨਹੀਂ ਹੋਣਗੇ। ਗੱਲ ਖਤਮ। ਜਾਂ ਰਿਪੀਲ ਕਰ ਦਿਓ। ਸਵਾਲ ਤਾਂ ਇਹ, ਉਹ ਸਾਨੂੰ ਇੱਕ ਵਾਰ ਉੱਥੋਂ ਉਠਾਉਣ ਦਾ ਢੰਗ ਸੀ, ਤਾਂ ਕਿ ਅਸੀਂ ਇੱਕ ਵਾਰ ਦਿੱਲੀ ਦੇ ਬਾਰਡਰਾਂ ਤੋਂ ਆਉਂਦੇ ਤਾਂ ਨਾਲ ਦੀ ਨਾਲ ਇਹਨਾਂ ਨੇ ਦੁਬਾਰਾ ਨੋਟੀਫਿਕੇਸ਼ਨ ਕਰਕੇ ਉਹ ਲਾਗੂ ਕਰ ਦੇਣੇ ਸੀਗੇ। ਪੂਰੇ ਮਸਲੇ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ? ਕਿਉਂਕਿ ਹੁਣ ਹਰਦੀਪ ਡਿਬਡਵਾ ਉਹ ਕਹਿ ਰਹੇ ਨੇ ਕਿ ਇੱਕ ਇਹ ਸਾਜ਼ਿਸ਼ ਹੈ, ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਇਹ ਅੰਦੋਲਨ ਖੜਾ ਕੀਤਾ ਗਿਆ ਤਾਂ ਕਿ ਕੇਂਦਰ ਸਰਕਾਰ ਤੋਂ ਕੁਝ ਲਿਆ ਜਾ ਸਕੇ। ਲੋਕਾਂ ਦਾ ਮਤਲਬ ਲੋਕਾਂ ਨੂੰ ਵਰਤਿਆ ਜਾ ਰਿਹਾ ਇਸ ਅੰਦੋਲਨ ਦੇ ਵਿੱਚ। ਉਹਨਾਂ ਦਾ ਸਾਫ਼ ਤੌਰ 'ਤੇ ਇਹ ਕਹਿਣਾ ਹੈ। ਬੀਤੇ ਦਿਨ ਹੀ ਉਹਨਾਂ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਸੀ ਇਸ ਮੁੱਦੇ ਦੇ ਉੱਤੇ। ਦੇਖੋ, ਹਰ ਇੱਕ ਬੰਦੇ ਨੂੰ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਉਹਨਾਂ ਦੀ ਕਿਆ ਸੋਚ ਹੈ। ਇਹ ਠੀਕ ਹੈ ਕਿ ਉਹਨਾਂ ਦੇ ਪਰਿਵਾਰ ਦਾ ਜਵਾਨ ਮੁੰਡਾ ਡੈਥ ਹੋਈ ਹੈ, ਸਾਰਾ ਕੁਝ ਹੋਇਆ, ਸਾਨੂੰ ਉਹਨਾਂ ਨਾਲ ਹਮਦਰਦੀ ਹੈ। ਪਰ ਇਹੋ ਜਿਹੀਆਂ ਗੱਲਾਂ ਕਰਕੇ ਅੰਦੋਲਨ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ। ਅਤੇ ਨਾ ਹੀ ਕਿਸੇ ਸਾਡੇ ਆਗੂਆਂ ਨੇ ਕੋਈ ਅੱਜ ਤੱਕ, ਅਗਰ ਇਲਜ਼ਾਮ ਇਸ ਤਰ੍ਹਾਂ ਦੇ ਲੱਗ ਜਾਂਦੇ ਤਾਂ ਗੌਰਮੈਂਟ ਕਦੀ ਕਟਹਿਰੇ 'ਚ ਖੜ੍ਹੇ ਕਰਕੇ ਨੰਗੇ ਕਰ ਦਿੰਦੀ। ਤਾਂ ਇਹ ਸਾਰੀਆਂ ਅਫਵਾਹਾਂ ਨੇ, ਔਰ ਉਹਨਾਂ ਦੀ ਸੋਚ ਹੈ। ਕਿਉਂਕਿ ਅੰਦੋਲਨ ਕਰਨਾ, ਅੰਦੋਲਨ ਦੇ ਵਿੱਚ ਸਹਿਯੋਗ ਕਰਨਾ ਅਤੇ ਅੰਦੋਲਨ ਦੀ ਜ਼ਿੰਮੇਵਾਰੀ ਚੱਕਣਾ, ਇਹ ਅਲੱਗ-ਅਲੱਗ ਗੱਲਾਂ ਗੀਆਂ। ਇਹ ਲੋਕਾਂ ਦੇ ਜਿਨ੍ਹਾਂ ਦੀ ਜ਼ਿੰਮੇਵਾਰੀ ਸਿਰ ਆਈ ਵੀ ਹੈ, ਰਾਜੇਵਾਲ ਸਾਹਿਬ ਦੇ, ਟਕੈਤ ਸਾਹਿਬ ਦੇ, ਇਹਨਾਂ ਨੂੰ ਬੜਾ ਸੋਚ ਸਮਝ ਕੇ ਕਦਮ ਚੱਕਣਾ ਪੈਂਦਾ ਹੈਗਾ। ਸਰਕਾਰ ਨਾਲ ਨਿਰਾਪਰੀ ਲੜਾਈ ਵੀ ਨਹੀਂ ਕਰਨੀ ਪੈਂਦੀ। ਇਹ ਵੀ ਨਹੀਂ ਕਿਹਾ ਜਾਂਦਾ ਲੋਕਾਂ ਨੂੰ ਕਿ ਚੱਕ ਦਿਓ ਫੱਟੇ, ਸ਼ਾਮ ਨੂੰ ਸਿਵਲ ਵਾਰ ਕਰ ਦਿਓ। ਉਹਨਾਂ ਨੇ ਸਾਰਾ ਕੁਝ ਦੇਖਣਾ, ਸਾਰਾ ਬਚਾਉਣਾ ਹੈਗਾ। ਹਿੰਦੁਸਤਾਨ ਦੇ ਵਿੱਚ ਹਰੇਕ ਧਰਮ ਜਾਤ ਦੇ ਲੋਕ ਦੂਜੇ ਸੂਬਿਆਂ 'ਚ ਵੱਸ ਰਹੇ ਹੈ। ਠੀਕ ਹੈ, ਇਹ ਬੀਜੇਪੀ ਦਾ ਏਜੰਡਾ ਹੋ ਸਕਦਾ ਕਿ ਉਹ ਇੱਕ ਕਮਿਊਨਿਟੀ ਨੂੰ ਉੱਪਰ ਚੱਕਣਾ ਚਾਹੁੰਦੀ ਹੈ ਅਤੇ ਬਾਕੀ ਘੱਟ ਗਿਣਤੀਆਂ ਨੂੰ ਦਬਾਉਣਾ ਚਾਹੁੰਦੀ ਹੈ। ਪਰ ਅਸੀਂ ਸਾਰੀ ਜਿਹੜੀ ਕਮਿਊਨਿਟੀਆਂ, ਸਾਰੀ ਜਿਹੜੀਆਂ ਗਿਣਤੀਆਂ ਨੇ, ਸਾਰਿਆਂ ਦਾ ਹੀ ਭਲਾ ਸੋਚ ਕੇ, ਔਰ ਖ਼ਾਸ ਕਰਕੇ ਜਿਹੜੀ 80% ਜਨਤਾ, 65% ਜਿਹਦੇ ਵਿੱਚੋਂ ਸਿੱਧੇ ਤੌਰ 'ਤੇ 15% ਇਨਡਾਇਰੈਕਟਲੀ ਖੇਤੀ 'ਤੇ ਡਿਪੈਂਡੈਂਟ ਨੇ, ਅਸੀਂ ਉਹਨਾਂ ਸਾਰਿਆਂ ਨੂੰ ਸੋਚ ਕੇ ਜੋ ਵੀ ਗੱਲ ਕਰਦੇ ਉਹ ਫੈਸਲਾ ਕਰਦੇ ਹਾਂ। ਪੰਜਾਬ ਦੇ ਵਿੱਚ ਕਿਸਾਨੀ ਕਿਸ ਮੋੜ 'ਤੇ ਖੜੀ ਹੈ? ਬਹੁਤ ਬੁਰਾ ਹਾਲ ਹੈ ਜੀ। ਹਰ ਇੱਕ ਚੀਜ਼ ਸੈਂਟਰ ਦੇ ਕੋਲ ਹੈ। ਰੇਟ ਸਾਡਾ ਸੈਂਟਰ ਨੇ ਬਣਾਉਣਾ, ਬਾਰਦਾਨਾ ਲੈਣਾ, ਇੱਥੋਂ ਮਾਲ ਚੁਕਾਉਣਾ ਗਾ, FCI ਨੂੰ ਭੇਜਣਾ, ਸਾਡੇ ਸਟੋਰ ਖਾਲੀ ਕਰਨੇ ਨੇ, ਕਿਸੇ ਵੀ ਚੀਜ਼ ਦੀ ਸਾਨੂੰ ਮਨਜ਼ੂਰੀ ਲੈਣੀ ਹੈ, ਅਸੀਂ ਉਹ ਸਾਰਾ ਕੁਝ ਸੈਂਟਰ ਦੇ ਡਿਪੈਂਡੈਂਟ ਹੈ। ਅਤੇ ਸੈਂਟਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਿਹਾ ਗਾ। ਅਤੇ ਜਿੰਨਾ ਚਿਰ ਉਹ ਸਿੱਧੇ ਕਰਮਾਂ ਦੇ ਵਿੱਚ ਪੰਜਾਬ ਨੂੰ ਇੱਕ ਭਾਰਤ ਦਾ ਨਿਖੜਵਾਂ ਅੰਗ ਨਹੀਂ ਮੰਨਦਾ, ਔਰ ਖ਼ਾਸ ਕਰਕੇ ਬਾਰਡਰ ਸਟੇਟ ਹੋਣ ਕਰਕੇ ਸਪੈਸ਼ਲ ਤੌਰ 'ਤੇ ਇਹਦੇ ਹੈਲਪ ਨਹੀਂ ਕਰਦਾ, ਉਦੋਂ ਤੱਕ ਕਿਸਾਨੀ ਦਾ ਹਾਲ ਮੰਦਾ ਹੀ ਰਹਿਣਾ ਹੈ।
ਸੋ ਇਹ ਸਨ ਕਿਸਾਨ ਆਗੂ ਨਛੱਤਰ ਸਿੰਘ ਬੈਦਵਾਨ, ਜਿਨ੍ਹਾਂ ਨੇ तमाम ਸਵਾਲਾਂ ਦੇ ਜਵਾਬ ਦਿੱਤੇ ਨੇ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਕੀ ਕੁਝ ਰੁਕ ਇਹਨਾਂ ਦਾ ਉਹ ਵੀ ਤੁਹਾਡੇ ਤੱਕ ਪਹੁੰਚਦਾ ਕੀਤਾ ਗਿਆ। ਬੈਦਵਾਨ ਸਾਹਿਬ, ਸੰਯੁਕਤ ਕਿਸਾਨ ਮੋਰਚੇ ਵੱਲੋਂ 4 ਵੱਡੇ ਪ੍ਰੋਗਰਾਮ ਐਲਾਨੇ ਗਏ ਨੇ। ਇੱਕ ਤਾਂ ਲਖੀਮਪੁਰ ਖੀਰੀ ਮਾਮਲੇ ਨੂੰ ਲੈ ਕੇ ਉਹਨਾਂ ਵੱਲੋਂ ਪ੍ਰੋਗਰਾਮ ਐਲਾਨੇ ਗਏ ਨੇ ਕਿ ਜੇਕਰ ਉਸ ਮਾਮਲੇ ਦੇ ਵਿੱਚ ਜਿਹੜੇ ਮੁੱਖ ਮੁਲਜ਼ਮ ਨੇ ਉਹਨਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਾਂ 4 ਵੱਡੇ ਕੀ ਪ੍ਰੋਗਰਾਮ ਉਹਨਾਂ ਵੱਲੋਂ ਐਲਾਨੇ ਗਏ ਨੇ ਜੀ। ਸਭ ਤੋਂ ਪਹਿਲਾਂ ਤਾਂ ਜੀ ਉਹਨਾਂ ਨੂੰ ਸ਼ਰਧਾਂਜਲੀ ਵਾਸਤੇ 12 ਤਰੀਕ ਨੂੰ ਸਾਰੇ ਜਿੰਨੇ ਵੀ ਗੁਰਦੁਆਰੇ, ਮੰਦਿਰ, ਚਰਚ ਆ ਜਿੱਥੇ ਕਿਸੇ ਦਾ ਮਨ ਮੰਨਦਾ ਉਹਨਾਂ ਦੇ ਲਈ ਆਰਡਰ ਹੈ ਕਿ ਉੱਥੇ ਜਾ ਕੇ ਅਰਦਾਸ ਬੇਨਤੀ ਕਰਨ ਤੇ ਸ਼ਰਧਾਂਜਲੀ ਭੇਟ ਕਰਨ। ਤੇ ਸ਼ਾਮੀ ਹਰ ਪਰਿਵਾਰ ਆਪਣੇ ਘਰ ਦੇ ਬਾਹਰ 5 ਮੋਮਬੱਤੀਆਂ ਬਾਲ ਕੇ ਉਹਨਾਂ ਨੂੰ ਸ਼ਰਧਾਂਜਲੀ ਤੌਰ ਤੇ, ਰਿਸਪੈਕਟ ਦੇ ਤੌਰ ਤੇ ਰੱਖਣ। ਉਸ ਤੋਂ ਬਾਅਦ ਜਿਹੜਾ ਦੁਸਹਿਰਾ ਹੈ ਇਸ ਵੇਲੇ, ਇਹ ਵਾਕਿਆ ਹੀ ਇਸ ਵਾਰੀ ਜਿਹੜਾ ਦੁਸਹਿਰਾ ਆਇਆ ਉਹ ਬਦੀ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਨੇਕੀ ਔਰ ਬਦੀ ਦੀ ਲੜਾਈ ਦੇ ਵਿੱਚ ਇਹ ਬਦੀ ਦਾ ਸੂਚਕ ਬਣ ਕੇ ਆਇਆ। ਤੇ ਇਸ ਕਰਕੇ ਅਸੀਂ ਜਿਹੜੇ ਮੇਨ ਆਗੂ ਹੈ, ਖੱਟਰ ਹੋ ਗਏ, ਮੋਦੀ, ਜੋਗੀ, ਅਮਿਤ ਸ਼ਾਹ, ਜਿਹੜਿਆਂ ਦੇ ਦੁਆਲੇ ਇਸ ਵੇਲੇ ਦੀ ਸਿਆਸਤ ਘੁੰਮਦੀ ਹੈ ਜਾਂ ਜੋ ਦੇਸ਼ ਨੂੰ ਚਲਾਉਣ ਦੇ ਵਿੱਚ ਮੇਨ ਭਾਗੀਦਾਰ ਹੈ ਜਾਂ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਮੇਨ ਭਾਗੀਦਾਰ ਹੈ, ਇਹਨਾਂ ਦੇ ਅਸੀਂ ਪੁਤਲੇ ਫੂਕੂਗੇ। 18 ਤਰੀਕ ਨੂੰ ਅਸੀਂ 2 ਦਿਨ ਪਹਿਲਾਂ ਸੁਪਰੀਮ ਕੋਰਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਸੈਂਟਰ ਦੇ ਰੇਲਵੇ ਦੀਆਂ ਜਿਹੜੀਆਂ ਲਾਈਨਾਂ ਨੇ ਉਹ ਗੱਡੀਆਂ ਰੋਕੀਆਂ ਜਾਣਗੀਆਂ। ਤੇ 26 ਤਰੀਕ ਨੂੰ, ਵੈਸੇ ਤਾਂ ਹਰ ਮਹੀਨੇ ਦੀ 26 ਤਰੀਕ ਨੂੰ, ਕਿਉਂਕਿ ਸੰਵਿਧਾਨ ਵੀ 26 ਨਵੰਬਰ ਨੂੰ ਲਾਗੂ ਹੋਇਆ ਸੀ ਤੇ 26 ਜਨਵਰੀ ਨੂੰ ਅਸੀਂ ਸੰਵਿਧਾਨ ਦੇ ਰਾਸ਼ਟਰਪਤੀ ਜੀ ਦੁਆਰਾ ਝੰਡਾ ਚਲਾਇਆ ਜਾਂਦਾ ਮਨਾਉਂਦੇ ਹਾਂ। 26 ਸਾਡੇ ਲਈ ਹਰ ਮਹੀਨੇ ਦੀ ਮੇਨ ਹੈ, ਪਰ ਇਸ ਵਾਰੀ ਦੀ ਜਿਹੜੀ 26 ਤਰੀਕ ਹੈ ਉਹ ਵੱਡਾ ਇਕੱਠ ਅਸੀਂ ਸਿੰਘੂ ਬਾਰਡਰ 'ਤੇ ਨਾ ਕਰਕੇ ਲਖਨਊ ਦੇ ਵਿੱਚ ਕਰਾਂਗੇ, ਕਿਉਂਕਿ ਚੈਲੰਜ ਵੀ ਦਿੱਤਾ ਗਿਆ ਸੀ ਸਾਡੇ ਟਕੈਤ ਸਾਹਿਬ ਨੂੰ ਕਿ ਲਖਨਊ ਆ ਕੇ ਦਿਖਾਉਣ। ਤੇ ਅਸੀਂ ਹੁਣ ਦਿਖਾਉਣਾ ਚਾਹਾਂਗੇ ਕਿ ਇਕੱਲੇ ਟਕੈਤ ਸਾਹਿਬ ਹੀ ਨਹੀਂ, ਉਹਨਾਂ ਦੇ ਨਾਲ ਜਿਹੜੀ ਬਾਕੀ ਪਬਲਿਕ ਹੈ ਉਹ ਵੀ ਲਖਨਊ ਪਹੁੰਚੀ ਹੋਈ ਹੈ। ਤੇ ਜੋ ਤੁਹਾਡੇ ਤੋਂ ਹਿੰਮਤ ਹੈ ਤੁਸੀਂ ਕਰ ਦਿਓ ਤੇ ਅਸੀਂ ਉਹਨਾਂ ਦੇ ਚੈਲੰਜ ਕਬੂਲ ਕੇ ਇਸ ਵਾਰ ਦੀ ਜਿਹੜੀ ਮਹਾ ਪੰਚਾਇਤ ਹੈ 26 ਤਰੀਕ ਨੂੰ ਉਹ ਲਖਨਊ ਦੇ ਵਿੱਚ ਕੀਤੀ ਜਾਊਗੀ। ਸੰਯੁਕਤ ਮੋਰਚੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਅਜੇ ਮਿਸ਼ਰਾ ਆਪਣੀ ਪ੍ਰਧਾਨਗੀ, ਆਪਣੀ ਮੰਤਰੀ ਅਹੁਦੇ ਤੋਂ ਅਸਤੀਫਾ ਨਹੀਂ ਦਿੰਦੇ ਜਾਂ ਫਿਰ ਉਹਨਾਂ ਨੂੰ ਬਰਖਾਸਤ ਨਹੀਂ ਕਰ ਦਿੱਤਾ ਜਾਂਦਾ ਤਾਂ ਇਹ 4 ਪ੍ਰੋਗਰਾਮ ਹੋਣਗੇ। ਕਿ ਜੇਕਰ ਉਹਨਾਂ ਸੰਯੁਕਤ ਮੋਰਚੇ ਵੱਲੋਂ ਜੋ ਮੰਗ ਰੱਖੀ ਗਈ ਹੈ ਉਹ ਮੰਗ ਮੰਨ ਲਈ ਜਾਂਦੀ ਹੈ ਤਾਂ ਇਹ 4 ਪ੍ਰੋਗਰਾਮ ਹੋਣਗੇ ਜਾਂ ਫਿਰ ਨਹੀਂ? ਨਹੀਂ, ਇਹ ਪ੍ਰੋਗਰਾਮ ਤਾਂ ਦੇਖੋ ਹੋਣਗੇ ਹੀ ਹੋਣਗੇ ਜੀ, ਕਿਉਂਕਿ ਉਹਨਾਂ ਦੀ ਜਿਹੜੀ ਇਹ ਡਿਮਾਂਡ ਹੈ ਸਾਡੀ ਉਹ ਇਸ ਕਰਕੇ ਹੈ ਕਿ ਅਗਰ ਉਹ ਆਪਣਾ ਇਸ ਅਹੁਦੇ 'ਤੇ ਰਹਿੰਦੇ ਹੈ ਤਾਂ ਜਿਹੜੀ ਜਾਂਚ ਹੈ ਉਹ ਜਾਂਚ ਨੂੰ ਪ੍ਰਭਾਵਿਤ ਕਰਨਗੇ। ਅਫਸਰਾਂ ਦੀਆਂ ਬਦਲੀਆਂ ਹੋ ਜਾਂਦੀਆਂ, ਹੋਰ ਕਈ ਤਰ੍ਹਾਂ ਦੇ ਹੱਥਕੰਡੇ ਅਪਣਾਏ ਜਾਂਦੇ ਹੈ, ਸਬੂਤਾਂ ਨਾਲ ਛੇੜਛਾੜ ਹੋ ਸਕਦੀ ਹੈ। ਜਿਹੜੇ ਉਹਨਾਂ ਦੇ ਹੇਠਾਂ ਅਫਸਰ ਦੇ ਨਾਲ ਚਾਹੇ ਉਹ ਜੋਗੀ ਸਾਹਿਬ ਹੈ ਚਾਹੇ ਕੋਈ ਹੋਰ ਹੈ, ਉਹਨਾਂ ਨੂੰ ਉਹ ਪ੍ਰਭਾਵਿਤ ਕਰ ਸਕਦੇ ਹੈ। ਇਸ ਲਈ ਪਾਵਰ ਤੋਂ ਵੈਸੇ ਤਾਂ ਆਪ ਹੀ ਹਟ ਜਾਣਾ ਚਾਹੀਦਾ ਉਹਨਾਂ ਨੂੰ। ਜੇ ਨਹੀਂ ਹਟਦੇ ਤਾਂ ਮੋਦੀ ਸਾਹਿਬ ਨੂੰ ਹਟਾ ਦੇਣਾ ਚਾਹੀਦਾ ਆਪਣੀ ਗੌਰਮੈਂਟ ਤੋਂ। ਅਗਰ ਨਹੀਂ ਹਟਦੇ ਤਾਂ ਇਸ ਦੇ ਵਿੱਚ ਸਾਡਾ ਕੰਟੀਨਿਊ ਵਿਰੋਧ ਤੇ ਹੋ ਸਕਦਾ, ਪਰ ਅਸੀਂ ਇਹਦੇ ਪਿੱਛੇ ਨਹੀਂ ਹਟਾਂਗੇ ਕਿਉਂਕਿ ਸਾਨੂੰ ਇਨਸਾਫ ਮਿਲਣ ਦੀ ਆਸ ਤਾਂ ਹੀ ਵਧੇਗੀ ਅਗਰ ਇਹ ਇਹਨੂੰ ਮਿਸ਼ਰਾ ਨੂੰ ਉੱਥੋਂ ਜਿਹੜਾ ਹੈਗਾ ਇਸ ਅਹੁਦੇ ਤੋਂ ਬਰਖਾਸਤ ਕੀਤਾ ਜਾਊਗਾ ਜਾਂ ਅਹੁਦੇ ਤੋਂ ਅਲੱਗ ਕੀਤਾ ਜਾਊਗਾ। ਭਾਵੇਂ ਉਹ ਸਸਪੈਂਡ ਕਰਨ, ਭਾਵੇਂ ਪੂਰੀ ਤਰ੍ਹਾਂ ਉਹਨਾਂ ਨੂੰ ਅਹੁਦੇ ਤੋਂ ਅਲੱਗ ਕਰ ਦੇ। ਅੱਛਾ ਬੈਦਵਾਨ ਸਾਹਿਬ, ਪੰਜਾਬ ਦੀਆਂ ਸਿਆਸੀ ਧਿਰਾਂ ਨੂੰ ਕਿਸ ਤਰ੍ਹਾਂ ਵੇਖ ਰਹੇ ਹੋ ਇਸ ਵੇਲੇ, ਕਿਉਂਕਿ ਲਗਾਤਾਰ ਸਿਆਸਤ ਵੀ ਹੋ ਰਹੀ ਹੈ ਇਸ ਮੁੱਦੇ ਦੇ ਉੱਤੇ? ਦੇਖੋ, ਸਿਆਸਤ ਵੀ ਕਰਨੀ ਹੈ, ਉਹਨਾਂ ਦਾ ਆਪਣਾ ਇੱਕ ਏਜੰਡਾ ਹੈ, ਪਰ ਅੱਜ ਉਹਨਾਂ ਪਰਿਵਾਰਾਂ ਨੂੰ, ਕਿਉਂਕਿ ਇਹ ਇੱਕ ਜੱਗੋਂ 13ਵੀਂ ਗੱਲ ਹੋਈ ਹੈ ਤੇ ਉੱਥੇ ਉਹਨਾਂ ਦਾ ਸਹਿਯੋਗ ਵੀ ਚਾਹੀਦਾ ਗਾ, ਹਮਦਰਦੀ ਵਜੋਂ ਵੀ ਅਸੀਂ ਦੇਖਦੇ ਹਾਂ। ਕਈ ਗੱਲਾਂ ਉੱਭਰ ਕੇ ਹੋਰ ਵੀ ਸਾਹਮਣੇ ਆ ਰਹੀਆਂ। ਕੁਝ ਲੋਕ ਸਾਡੇ ਕਾਂਗਰਸ ਦੇ ਵੀ ਪੁਰਾਣੀਆਂ ਗੱਲਾਂ 84 ਵਾਲਿਆਂ ਨੂੰ ਯਾਦ ਕਰਕੇ ਇਲਜ਼ਾਮ ਲਾਉਂਦੇ ਹੈ ਕਿ ਪਹਿਲਾਂ ਉਹਨਾਂ ਨੇ ਟਾਇਰ ਗਲਾਂ 'ਚ ਪਾ ਕੇ ਸਾਨੂੰ ਮਾਰਿਆ, ਹੁਣ ਵਾਲਿਆਂ ਨੇ ਟਾਇਰਾਂ ਦੇ ਥੱਲੇ ਦੇ ਕੇ ਮਾਰਿਆ। ਲੇਕਿਨ ਇਤਿਹਾਸ ਜਦੋਂ ਬਦਲਦਾ ਗਾ ਜਾਂ ਚੱਲਦਾ ਗਾ, ਅੱਜ ਜੋ ਸਮੇਂ ਦੀ ਲੋੜ ਹੈ ਉਹ ਇਹ ਲੋੜ ਹੈ ਕਿ ਉਹ ਹਰ ਪਾਰਟੀ, ਹਰ ਜਿਹੜਾ ਵੀ ਦਿਆਨਤਦਾਰ ਬੰਦਾ ਗਾ ਉਹ ਇਸ ਜ਼ੁਲਮ ਦੇ ਅਗੇਂਸਟ ਆਪਣੀ ਆਵਾਜ਼ ਉਠਾਏ। ਇਸ ਲਈ ਜੇ ਕੋਈ ਪਾਰਟੀ ਜਾਂਦੀ ਹੈ ਉੱਥੇ ਰਸ਼ ਨਾ ਕਰਨ। ਔਰ ਹੋ ਸਕਦਾ ਕਿ ਜਿਨ੍ਹਾਂ ਲੋਕਾਂ ਨੇ ਫੈਸਲੇ ਦੇ ਵਿੱਚ
ਕੋਈ ਤਬਦੀਲੀ ਕਰ ਸਕਦੇ ਆ, ਜਿਨ੍ਹਾਂ ਨੇ ਫੈਸਲੇ ਕਰਨੇ ਆ ਉਹਨਾਂ ਦੇ 12 ਅੱਗੇ ਜਾ ਕੇ ਧਰਨੇ ਲਾਉਣ। ਜਿਵੇਂ ਜੋਗੀ ਹੋ ਗਏ, ਜੋਗੀ ਸਾਹਿਬ ਹੋ ਗਏ, ਅਮਿਤ ਸ਼ਾਹ ਜੀ ਹੋ ਗਏ, ਮੋਦੀ ਦਾ ਮਕਾਨ ਹੋ ਗਿਆ, ਰਾਸ਼ਟਰਪਤੀ ਜੀ ਨੂੰ ਮੈਮੋਰੈਂਡਮ ਦੇਣੇ, ਉਹਨਾਂ ਦੇ ਉੱਤੇ ਜ਼ਿਆਦਾ ਦਬਾਅ ਬਣਾਉਣ ਤਾਂ ਜ਼ਿਆਦਾ ਚੰਗੀ ਗੱਲ ਹੈ। ਅੱਛਾ ਬੈਂਦਵਾਨ ਸਾਹਿਬ, ਜੇਕਰ ਜੋ ਸਿਆਸੀ ਧਿਰਾਂ ਹੁਣ ਲਖੀਮਪੁਰ ਖੀਰੀ ਪਹੁੰਚ ਕਰ ਰਹੀਆਂ ਨੇ ਇਹੀ ਦਿੱਲੀ ਵੱਲ ਜਾਣ, ਤੁਹਾਨੂੰ ਨਹੀਂ ਲੱਗਦਾ ਕਿ ਮੋਰਚਾ ਇੰਨਾ ਲੰਬਾ ਨਹੀਂ ਚੱਲਣਾ ਸੀ? ਉਹ ਜ਼ਿਆਦਾ ਬੈਟਰ, ਇਸ ਦਾ ਸ਼ੁਰੂ ਤੋਂ ਹੀ ਕਹਿ ਰਹੇ ਸੀ ਕਿ ਅਸੀਂ ਕਿਸਾਨ ਆਪਣੇ ਤੌਰ 'ਤੇ ਸੰਘਰਸ਼ ਕਰ ਰਹੇ ਹਾਂ ਅਤੇ ਤੁਸੀਂ ਜਿਹੜਾ ਹੈਗਾ ਦਿੱਲੀ ਜਾ ਕੇ ਅਲੱਗ ਤੌਰ 'ਤੇ ਆਪਣਾ ਸੰਘਰਸ਼ ਕਰੋ, ਸਾਤੋਂ ਸਾਈਡ ਬੈਠ ਜਾਓ। ਔਰ ਮੈਂ ਤੁਹਾਡੀ ਜਾਣਕਾਰੀ ਲਈ ਦੱਸ ਦੇਵਾਂ ਪਬਲਿਕ ਦੇ ਲਈ, ਜਿਸ ਦਿਨ ਅਸੀਂ ਪੰਜਾਬ ਭਵਨ ਦੇ ਵਿੱਚ CM ਸਾਹਿਬ ਨਾਲ ਓਪਨ ਮੀਟਿੰਗ ਹੋਈ ਸੀ 29 ਸਤੰਬਰ 2020 ਨੂੰ, ਮੈਂ ਉਹਨਾਂ ਨੂੰ ਇਹ ਰਾਏ ਦਿੱਤੀ ਸੀ ਕਿ ਤੁਸੀਂ ਜਿਹੜੀ ਲੜਾਈ ਲੜੋ ਕਿ ਸਟੇਟ ਦੇ ਵਿੱਚ ਅਗਰ ਸੈਂਟਰ ਦਖਲਅੰਦਾਜ਼ੀ ਕਰਦਾ ਰਹੂਗਾ ਤਾਂ ਫੈਡਰਲ ਢਾਂਚਾ ਜਿਹੜਾ ਖਤਮ ਹੋ ਜਾਊਗਾ। ਤੁਸੀਂ ਉਹਨਾਂ ਦੇ ਰੂਲ ਬਾਰੇ ਨਹੀਂ ਕਹਿ ਸਕਦੇ ਕਿ ਅੱਜ ਦੇ ਸੰਵਿਧਾਨ ਮੁਤਾਬਕ ਸੈਂਟਰ ਜਿਹੜੀ ਹੈ ਓਵਰ ਰੂਲ ਕਰਨ ਦੀ ਪਾਵਰ ਰੱਖਦੀ ਹੈ, ਪਰ ਅਸੀਂ ਇਹ ਜਿਹੜੇ ਕਾਨੂੰਨ ਬਣੇ ਨੇ ਇਹ ਸਾਡੇ ਲਈ ਹਾਨੀਕਾਰਕ ਨੇ, ਇਹ ਗਲਤ ਬਣੇ ਨੇ। ਅਸੀਂ ਇਸ ਚੀਜ਼ ਦੀ ਲੜਾਈ ਇਹਦੇ ਉੱਪਰ ਅਸੀਂ ਲੜੂਗੇ, ਤੁਸੀਂ ਵੈਲਿਡ ਔਰ ਇਨਵੈਲਿਡ ਦੀ ਜਿਹੜੀ ਲੜਾਈ ਹੈ ਉਹ ਲੜੋ। ਪਰ ਉਹਨਾਂ ਨੇ ਸ਼ਾਇਦ ਥੋੜ੍ਹੀ ਬਹੁਤੀਆਂ ਸੋਧਾਂ ਜਿਹੀਆਂ ਕਰਕੇ ਆਪਣਾ ਗਲੋਂ ਲਾਉਣ ਵਾਲੀ ਗੱਲ ਜੀ ਕੀਤੀ ਹੈ। ਕੋਈ ਸਟਰੋਂਗਲੀ ਜਿਹੜਾ ਮੈਂ ਸਮਝਦਾ ਸਰਕਾਰ ਨੇ ਇਹਦੇ ਵਿੱਚ ਰੋਲ ਨਹੀਂ ਨਿਭਾਇਆ ਹੈ। ਪੰਜਾਬ ਦੇ ਵਿੱਚ ਵੀ ਕਿਸਾਨੀ ਜਿਹੜੀ ਹੈਗੀ ਆ ਬਹੁਤੀ ਚੰਗੀ ਨਹੀਂ ਹੈਗੀ ਹੈ, ਕਿਉਂਕਿ ਪਿਛਲੇ ਮਹੀਨੇ ਹੀ ਗੰਨੇ ਦੀ ਅਦਾਇਗੀ ਦੇ ਲਈ ਸੜਕਾਂ ਤੇ ਉਤਰਨਾ ਪਿਆ, ਜਿਹੜੀਆਂ ਰੇਲ ਗੱਡੀਆਂ ਰੋਕੀਆਂ ਨਹੀਂ ਪਈਆਂ। ਉਸ ਤੋਂ ਬਾਅਦ ਸਰਕਾਰ ਵੱਲੋਂ ਐਲਾਨ ਤਾਂ ਕਰ ਦਿੱਤਾ ਜਾਂਦਾ ਕਿ ਅਦਾਇਗੀ ਮਿਲੂਗੀ। ਤੁਹਾਨੂੰ ਕੀ ਲੱਗਦਾ, ਐਲਾਨ ਕਰ ਦਿੱਤੇ ਜਾਂਦੇ ਨੇ ਪਰ ਉਸ ਐਲਾਨ ਜਿਹੜਾ ਕੀਤਾ ਜਾਂਦਾ ਇੱਕ ਰਕਮ ਜਿਹੜੀ ਅਦਾਇਗੀ ਲਈ ਫੇਰ ਧਰਨੇ ਲਾਣੇ ਪੈਂਦੇ ਨੇ, ਅਜਿਹਾ ਕਿਉਂ ਹੁੰਦਾ? ਅਜਿਹੀ ਤਸਵੀਰ ਕਿਉਂ ਸਾਹਮਣੇ ਆਉਂਦੀ ਹੈ? ਜਿਹੜਾ ਸਾਡਾ ਕਾਰਪੋਰੇਟ ਸੈਕਟਰ ਹੈਗਾ, ਸਾਰੇ ਬਿਜ਼ਨਸ ਤੇ ਪੈਸੇ ਤੇ ਉਹਨਾਂ ਦਾ ਦਬਦਬਾ ਬਣ ਚੁੱਕਿਆ ਅਤੇ ਪੋਲੀਟੀਕਲ ਲੀਡਰ ਉਹਨਾਂ ਤੋਂ ਪੈਸੇ ਲੈ ਕੇ ਇਲੈਕਸ਼ਨ ਲੜਦੇ, ਉਹਨਾਂ ਤੋਂ ਫੰਡ ਲੈ ਕੇ ਲੜਦੇ। ਸਾਤੋਂ ਤਾਂ ਇਹਨਾਂ ਨੇ ਜਿਹੜੀ ਆਮ ਬੰਦਾ ਹੈਗਾ, ਜਿਹਨੂੰ ਬਹੁਤੀ ਡੂੰਘਾਈਆਂ ਤੱਕ ਇਹ ਗੱਲਾਂ ਸੋਚਣ ਦਾ ਮੌਕਾ ਨਹੀਂ ਹੁੰਦਾ, ਉਹਨਾਂ ਨੂੰ ਛੋਟੇ ਮੋਟੇ ਸਬਜ਼ ਬਾਗ ਦਿਖਾ ਕੇ ਇੱਕ ਵਾਰੀ ਵੋਟ ਲੈਣੀ ਹੁੰਦੀ ਹੈ ਅਤੇ 5 ਸਾਲ ਇੱਕ ਵਾਰੀ ਵੋਟ ਪਾਉਣ ਤੋਂ ਬਾਅਦ ਬੰਦਾ ਕੁਛ ਨਹੀਂ ਕਰ ਸਕਦਾ। ਨਾ ਹਿੰਦੁਸਤਾਨ ਦੇ ਵਿੱਚ ਕੋਈ ਰੀਕਾਲ ਸਿਸਟਮ ਹੈਗਾ। ਸੋ ਇਹਨਾਂ ਦੀਆਂ ਮੌਜਾਂ ਲੱਗ ਜਾਂਦੀਆਂ। ਉਸ ਤੋਂ ਬਾਅਦ ਇਹ ਸਾਰੀ ਆਪਸ ਦੇ ਵਿੱਚ ਰਲੇ ਮਿਲੇ ਨੇ, ਆਪਸ ਦੇ ਵਿੱਚ ਇਹਨਾਂ ਦੇ ਸ਼ੇਅਰ ਹੋਲਡਰ ਨੇ, ਇੱਕ ਦੂਜੇ ਦੀ ਫੈਕਟਰੀ ਦੇ ਕਿੰਤੂ ਪ੍ਰੰਤੇ, ਕੋਈ ਇੱਕ ਫੈਕਟਰੀ 'ਚ ਮਾਲ ਤਿਆਰ ਕਰਦਾ, ਦੂਜੀ 'ਚ ਸੈਂਪਲ ਹੁੰਦਾ, ਤੀਜਾ ਉਹਨੂੰ ਵੇਚਦਾ। ਇਹਨਾਂ ਦੇ ਵੱਡੇ ਵੱਡੇ ਘਰਾਣੇ ਨੇ, ਇਹਨਾਂ ਦੀ ਵੱਡੇ ਵੱਡੇ ਬਿਜ਼ਨਸ ਦੇ ਉੱਪਰ ਅਧਿਕਾਰ ਬਣਿਆ ਹੋਇਆ। ਇਸ ਕਰਕੇ ਸਭ ਇੱਕ ਹੋ ਜਾਂਦੇ ਹੈ ਅਤੇ ਜਿਹੜਾ ਆਮ ਬੰਦਾ ਹੈ, ਭਾਵੇਂ ਉਹ ਕਿਸਾਨ ਹੈ, ਭਾਵੇਂ ਮਜ਼ਦੂਰ ਹੈ, ਭਾਵੇਂ ਛੋਟਾ ਇੰਪਲਾਈ ਹੈ, ਭਾਵੇਂ ਛੋਟਾ ਇੰਡਸਟਰੀ ਵਾਲਾ, ਉਹ ਸਾਰੇ ਪਿਸਦੇ ਚਲੇ ਜਾਂਦੇ। ਬੈਦਵਾਨ ਸਾਹਿਬ, ਅਜਿਹੀਆਂ ਮੰਦਭਾਗੀਆਂ ਘਟਨਾਵਾਂ ਜਿਸ ਤਰ੍ਹਾਂ ਲਖੀਮਪੁਰ ਖੀਰੀ ਦੇ ਵਿੱਚ ਹੋਈ, ਫੁੱਲ ਸਟਾਪ ਕਦੋਂ ਲੱਗੂਗਾ? ਫੁੱਲ ਸਟਾਪ ਤਾਂ ਇਹੀ ਲੱਗ ਸਕਦਾ ਕਿ ਜੇ ਪਬਲਿਕ ਨੂੰ ਸਮਝ ਆ ਜਾਵੇ। ਵੈਸੇ ਤਾਂ ਇਸ ਵੇਲੇ ਜਿਹੜੇ ਸਾਡੇ ਆਮ, ਜਿਹਨਾਂ ਨੂੰ ਆਪਾਂ ਕਹਿ ਦਿੰਦੇ ਘਰਾਂ 'ਚ ਕੰਮ ਕਰਨ ਵਾਲੀਆਂ ਬੀਬੀਆਂ, ਕਿਸਾਨ, ਜੋ ਮੋਹਰੀ ਰੋਲ ਨਿਭਾ ਰਹੀਆਂ, ਖਾਸ ਕਰਕੇ ਬੀਬੀਆਂ ਦਾ ਰੋਲ ਜਦੋਂ ਅਸੀਂ ਦੇਖਦੇ ਹਾਂ ਤਾਂ ਲੱਗਦਾ ਕਿ ਸ਼ਾਇਦ ਇਹਨੇ ਸਭ ਬੰਦਿਆਂ ਨੂੰ ਆਪਣੇ ਆਪਣੇ ਹੱਕਾਂ ਵਾਸਤੇ, ਆਪਣੇ ਆਪਣੇ ਅਧਿਕਾਰਾਂ ਵਾਸਤੇ ਅਸੀਂ ਜਾਗਰੂਕ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਅਤੇ ਜਦੋਂ ਆਮ ਨੋਰਮਲ ਬੰਦਾ, ਜਿਹੜੇ ਹੇਠਲਾਂ ਲੈਵਲ 'ਚ ਮਿਹਨਤਕਸ਼ ਲੋਕ ਹੈ, ਉਹਨਾਂ ਦੀ ਸਰਕਾਰ ਬਣੇਗੀ, ਉਹ ਆਪਣੇ ਕਿਸੇ ਪਾਰਟੀ ਬਣਾ ਕੇ ਸਰਕਾਰ 'ਤੇ ਕਬਜ਼ਾ ਕਰਨ, ਉਸ ਮੁਤਾਬਕ ਕਾਨੂੰਨ ਢਾਲਣ, ਤਾਂ ਇਹ ਫਾਇਦਾ ਹੋ ਸਕਦਾ। ਨਹੀਂ ਜਿੰਨਾ ਚਿਰ ਇਹ ਵੱਡੇ ਸਰਮਾਏਦਾਰਾਂ ਦੀ ਸਰਕਾਰ ਹੈ, ਇਹਨਾਂ ਨੇ ਜਿਹੜੇ ਕਾਨੂੰਨ ਬਣਾਉਣੇ ਨੇ ਜਾਂ ਜੋ ਮੌਜੂਦਾ ਕਾਨੂੰਨ ਨੇ ਉਹ ਇਹਨਾਂ ਸਰਮਾਏਦਾਰਾਂ ਦੇ ਹੱਕ ਪੂਰਦੇ ਨੇ ਅਤੇ ਸਰਮਾਏਦਾਰਾਂ ਦਾ ਹੱਕ ਪੂਰਦੇ ਰਹਿਣਗੇ। ਇਸ ਲੇਖੇ ਪਬਲਿਕ ਨੂੰ ਅਵੇਅਰ ਹੋ ਕੇ ਇਹਨਾਂ ਦੀਆਂ ਗੱਲਾਂ 'ਚ ਆਉਣ ਦੀ ਬਜਾਏ ਆਪਣੇ ਜਿਹੜੇ ਬਰਾਬਰ ਦੇ ਹੇਠਲੇ ਮਿਹਨਤਕਸ਼ ਲੋਕ ਨੇ ਉਹਨਾਂ ਨੂੰ ਸਿਆਸਤ ਦੇ ਵਿੱਚ ਅੱਗੇ ਲਿਆ ਕੇ ਸਰਕਾਰ ਆਪਣੇ ਹੱਥਾਂ 'ਚ ਲੈਣੀ ਚਾਹੀਦੀ ਹੈ, ਜਿੱਥੇ ਉਹਨਾਂ ਦੀ ਆਮ ਗੱਲ ਸੁਣੀ ਜਾਵੇ ਔਰ ਉਹਨਾਂ ਦੀਆਂ ਲੋੜਾਂ ਮੁਤਾਬਕ ਜਿਹੜੇ ਕਾਨੂੰਨ ਹੈ ਉਹਨਾਂ ਦੇ ਵਿੱਚ ਸੋਧਾਂ ਕੀਤੀਆਂ ਜਾਣ। ਪਰ ਬੈਦਵਾਨ ਸਾਹਿਬ, ਕੇਂਦਰ ਸਰਕਾਰ ਅੱਜ ਤੱਕ ਇਹੋ ਗੱਲ ਰਿਪੀਟ 'ਤੇ ਹੈ ਕਿ ਇਹ ਜਿਹੜੇ ਖੇਤੀ ਕਾਨੂੰਨ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ, ਕਿਸਾਨਾਂ ਦੀ ਭਲਾਈ ਦੇ ਵਿੱਚ ਨੇ। ਬਿਲਕੁਲ ਨਹੀਂ ਜੀ, ਇਹ ਕਾਰਪੋਰੇਟਾਂ ਨੇ ਜਿੰਨੀਆਂ ਇਹਦੇ ਵਿੱਚ, ਸਾਡੀ ਪਹਿਲੀ ਗੱਲ ਤਾਂ ਸਵਾਮੀਨਾਥਨ ਰਿਪੋਰਟ ਹੀ ਲੈ ਲਈਏ, ਉਹਦੇ ਵਿੱਚ ਪਹਿਲੀ ਫਸਟ ਜਿਹੜੀ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਸੀ 4 ਮਹੀਨੇ ਬਾਅਦ ਹੀ, ਉਹ 'ਚ ਪਹਿਲੀ ਗੱਲ ਸੀ ਜਿਹੜੀ ਸਰਪਲਸ ਜ਼ਮੀਨ ਹੈ ਉਹ ਜਿਹੜੇ ਆਮ ਲੋਕ ਹੈ ਉਹਨਾਂ ਦੇ ਵਿੱਚ ਵੰਡ ਦਿੱਤੀ ਜਾਵੇ। ਜਿਹੜੇ ਜੰਗਲ ਨੇ, ਆਦੀਵਾਸੀ ਲੋਕ ਨੇ, ਜਿਹੜੇ ਭੇਡਾਂ ਚਾਰਦੇ ਨੇ, ਜਿਹੜੇ ਉਹਨਾਂ ਦੇ ਰੁਜ਼ਗਾਰ ਸਾਧਨ ਨੇ, ਉਹਨਾਂ ਨੂੰ ਛੇੜਿਆ ਨਾ ਜਾਵੇ। ਐਗਰੀਕਲਚਰ ਜ਼ਮੀਨ ਨੂੰ ਖਾਸ ਕਰਕੇ ਨਾ ਛੇੜਿਆ ਜਾਵੇ।
ਉਹ ਪਹਿਲੀ ਸ਼ਰਤੇ ਪੂਰੀ ਨਹੀਂ ਕਰ ਸਕਦੇ, ਕਿਉਂਕਿ ਇਹਨਾਂ ਕੋਲ ਜਿਹੜੀਆਂ ਸਰਪਲਸ ਜ਼ਮੀਨਾਂ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਆਂਚ ਆਉਂਦੀ ਹੈ। ਇਸ ਲਈ ਅੱਜ 15-14 ਦੇ ਇਹਦੇ ਬਣੀ ਨੂੰ 2004 ਤੋਂ ਬਾਅਦ 16-17 ਸਾਲਾਂ ਤੋਂ ਬਾਅਦ ਵੀ ਅੱਜ ਵੀ ਉਹ ਰਿਪੋਰਟ ਉਸੇ ਤਰ੍ਹਾਂ ਡੱਬਿਆਂ 'ਚ ਪਈ ਹੈ। ਉਹਨੂੰ ਜਦੋਂ ਵੋਟਾਂ ਆਉਂਦੀਆਂ ਨੇ ਉਹਨੂੰ ਲਾਗੂ ਕਰਨ ਦਾ ਭਰੋਸਾ ਦੇ ਕੇ ਪਹਿਲਾਂ ਰਾਜਨਾਥ ਜੀ ਨੇ ਸਾਨੂੰ 2014 'ਚ ਭਰੋਸਾ ਦਿੱਤਾ, ਮੋਦੀ ਜੀ ਨੇ 2019 'ਚ ਦਿੱਤਾ ਕਿ ਮੇਰੀ ਮਿਲੀ ਜੁਲੀ ਸਰਕਾਰ ਸੀ, ਮੇਰੀ ਤੁਸੀਂ ਇਕੱਲੀ ਸਰਕਾਰ ਬਣਾ ਦਿਓ ਜਨਸੰਘ ਦੀ, ਅਤੇ ਅਸੀਂ ਇਹ ਸਾਰੇ ਫੈਸਲੇ ਜਿਹੜੇ ਲਾਗੂ ਕਰ ਦਿਆਂਗੇ। ਅਸੀਂ ਉਹ ਸਰਕਾਰ ਇਕੱਲਿਆਂ ਦੀ ਬਣਾਤੀ, 303 ਬੰਦਾ ਜਿਤਾਤਾ, ਲੇਕਿਨ ਇਹਨਾਂ ਨੇ ਸਾਡੇ ਨਾਲ ਫਿਰ ਧੋਖਾ ਕੀਤਾ। ਉਹ ਰਿਪੋਰਟ ਅੱਜ ਵੀ ਲਾਗੂ ਨਹੀਂ ਹੈ। ਸੋ ਇਹ ਸਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਮੁੱਖ ਬੁਲਾਰੇ ਨਛੱਤਰ ਸਿੰਘ ਬੈਦਵਾਨ, ਜਿਨ੍ਹਾਂ ਨੇ तमाम ਸਵਾਲਾਂ ਦੇ ਜਵਾਬ ਦਿੱਤੇ ਨੇ। ਤੇ ਸਟ੍ਰੇਟ ਟਾਕ ਦੇ ਵਿੱਚ ਨਵੀਂ ਸ਼ਖਸੀਅਤ ਦੇ ਨਾਲ ਮੁਲਾਕਾਤ ਤੁਹਾਡੀ ਕਰਾਵਾਂਗੇ ਤੇ ਸਵਾਲ ਸਾਰੇ ਨਵੇਂ ਰਹਿਣਗੇ। ਤਦ ਤੱਕ ਲਈ ਮੈਨੂੰ ਸਤਵਿੰਦਰ ਰੰਧਾਵਾ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।